ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਾਵਲ ਦੇਸ਼ ਨਿਕਾਲਾ ਦਾ ਅਗਲਾ ਭਾਗ ਪੜ੍ਹਨ ਲੱਗੇ ਹਾਂ। ਸੋ ਆਓ ਸਾਰੇ ਮੇਰਾ ਸਾਥ ਦਿਓ। ਮੈਂ ਕੁਲਦੀਪ ਸਿੰਘ ਸੂਬੇਦਾਰ। ਦਿਨ ਵਿੱਚ ਰਾਜ ਫਰੰਗੀ ਦਾ ਤੇ ਰਾਤ ਨੂੰ ਰਾਜ ਮਲੰਗੀ ਦਾ। 1979 ਦੀ ਗੱਲ ਹੈ। ਮੈਂ ਪਿੰਡ ਦੇ ਖੂਹ ਵਾਲੇ ਚੌਂਕ ਤੇ ਖੜਾ ਸੀ ਕਿ ਇੱਕ 70 ਕੁ ਸਾਲ ਦੇ ਬੰਦੇ ਨੇ ਟਾਂਗੇ ਤੋਂ ਉਤਰ ਕੇ ਮੈਥੋਂ ਪੁੱਛਿਆ, ਪੁੱਤਰਾ ਮੈਂ ਚੌਧਰੀ ਸ਼ੇਰ ਮੁਹੰਮਦ ਦੇ ਡੇਰੇ ਤੇ ਜਾਣਾ ਹੈ, ਮੈਨੂੰ ਉਹਦੇ ਡੇਰੇ ਦਾ ਰਾਹ ਦੱਸ ਦੇ। ਕਿਉਂਕਿ ਚੌਧਰੀ ਸ਼ੇਰ ਮੁਹੰਮਦ ਸਾਹਿਬ ਮੇਰੇ ਰਿਸ਼ਤੇਦਾਰ ਸਨ, ਮੈਂ ਰਾਹ ਦੱਸਣ ਦੀ ਬਜਾਏ ਉਸ ਬਜ਼ੁਰਗ ਦੇ ਨਾਲ ਨਾਲ ਤੁਰ ਪਿਆ ਅਤੇ ਮੈਂ ਬਾਬੇ ਨੂੰ ਕਿਹਾ ਕਿ ਚਲੋ ਬਾਬਾ ਜੀ, ਤੁਹਾਨੂੰ ਡੇਰੇ ਤੇ ਹੀ ਛੱਡ ਆਉਂਦਾ ਹਾਂ। ਮੈਂ ਅੱਗੇ ਤੇ ਬਾਬਾ ਪਿੱਛੇ ਆ ਰਿਹਾ ਸੀ। ਮੈਂ ਬਾਬੇ ਤੋਂ ਪੁੱਛਿਆ ਕਿ ਬਾਬਾ ਜੀ ਕਿੱਥੋਂ ਤਸ਼ਰੀਫ ਲਿਆਏ ਹੋ। ਬਾਬੇ ਨੇ ਕਿਹਾ, ਪੁੱਤਰਾ ਮੈਂ ਪਿੰਡ ਲਾਖੂ ਤੋਂ ਆਇਆ ਹਾਂ। ਲਾਖੂ ਪਿੰਡ ਦਾ ਨਾਂ ਸੁਣ ਕੇ ਮੈਨੂੰ ਪੰਜਾਬ ਦੇ ਸ਼ੇਰਾਂ ਦੀ ਯਾਦ ਆ ਗਈ। ਇਸ ਗਰੁੱਪ ਦੇ ਲੀਡਰ ਮਲੰਗੀ ਤੇ ਹਰਨਾਮ ਸਿੰਘ ਸਨ। ਮੈਂ ਬਾਬੇ ਤੋਂ ਪੁੱਛਿਆ ਕਿ ਬਾਬਾ ਜੀ, ਲਾਖੂ ਤਾਂ ਮਲੰਗੀ ਤੇ ਹਰਨਾਮ ਸਿੰਘ ਹੋਰਾਂ ਦਾ ਪਿੰਡ ਹੈ। ਬਾਬੇ ਨੇ ਕਿਹਾ ਕਿ ਮੈਂ ਮਲੰਗੀ ਦਾ ਪੁੱਤਰ ਹਾਂ ਅਤੇ ਹਰਨਾਮ ਸਿੰਘ ਹੋਰਾਂ ਦਾ ਭਤੀਜਾ ਹਾਂ। ਮਲੰਗੀ ਦਾ ਪੁੱਤਰ ਤੇ ਸ਼ੇਰ ਮੁਹੰਮਦ ਮਿੱਤਰ ਸਨ ਅਤੇ ਅੱਜ ਮਲੰਗੀ ਦਾ ਪੁੱਤਰ ਮੇਰੇ ਪਿੰਡ ਚੱਕ ਨੰਬਰ 17 'ਚ ਚੌਧਰੀ ਸ਼ੇਰ ਮੁਹੰਮਦ ਨੂੰ ਮਿਲਣ ਆਇਆ ਸੀ। ਰਾਤ ਨੂੰ ਮੈਂ ਡੇਰੇ ਜਾ ਪੁੱਜਾ। ਮਲੰਗੀ ਦਾ ਪੁੱਤਰ ਆਪਣੇ ਪਿਤਾ ਮਲੰਗੀ ਅਤੇ ਆਪਣੇ ਚਾਚੇ ਹਰਨਾਮ ਸਿੰਘ ਦੀ ਬਹਾਦਰੀ ਦੇ ਕਿੱਸੇ ਸੁਣਾਉਂਦਾ ਰਿਹਾ। ਕੋਟ ਰਾਧਾ ਕ੍ਰਿਸ਼ਨ ਤੋਂ ਕਸੂਰ ਜਾਣ ਵਾਲੀ ਸੜਕ ਤੇ ਸੇਖਮ ਅੱਡੇ ਤੋਂ ਲਾਖੂ ਪਿੰਡ ਨੂੰ ਟਾਂਗੇ ਜਾਂਦੇ ਹਨ। ਲਾਖੂ ਪਿੰਡ ਦੇ ਚੌਂਕ 'ਚ ਅੱਜ ਵੀ ਇੱਕ ਕਬਰ ਤੇ ਇੱਕ ਮੜੀ ਪੰਜਾਬ ਦੇ ਸ਼ੇਰਾਂ ਦੀ ਜਿਉਂਦੀ ਜਾਗਦੀ ਤਸਵੀਰ ਹੈ, ਜਿਨ੍ਹਾਂ ਨੇ ਫਰੰਗੀ ਰਾਜ ਦੀਆਂ ਨੀਂਦਾਂ ਹਰਾਮ ਕੀਤੀਆਂ ਅਤੇ ਪੰਜਾਬ ਦੀ ਧਰਤੀ ਤੇ ਇੱਕੋ ਹੀ ਨਾਅਰਾ ਗੂੰਜਦਾ ਸੀ, ਆਖੇ ਦਿਨ ਨੂੰ ਰਾਜ ਫਰੰਗੀ ਦਾ ਅਤੇ ਰਾਤ ਨੂੰ ਰਾਜ ਮਲੰਗੀ ਦਾ। ਮਲੰਗੀ ਪੇਸ਼ੇ ਦੇ ਲਿਹਾਜ਼ ਨਾਲ ਫਕੀਰ ਸੀ। ਫਕੀਰ ਤਾਂ ਸਾਰੇ ਹੀ ਨੇ, ਪਰ ਥੋੜ੍ਹਾ ਜਿਹਾ ਸਮਝਣ ਦਾ ਫਰਕ ਹੈ। ਮਲੰਗੀ ਲਾਖੂ ਪਿੰਡ ਦਾ ਫਕੀਰ ਸੀ, ਪਰ ਅਣਖ ਤੇ ਗੈਰਤ ਉਸ ਦੇ ਖੂਨ ਦਾ ਹਿੱਸਾ ਸੀ। ਮਲੰਗੀ ਦੇ ਪਿਤਾ ਮਾਤਾ ਬਚਪਨ 'ਚ ਸਵਰਗਵਾਸੀ ਹੋ ਗਏ ਸਨ। ਮਲੰਗੀ ਦੀ ਇੱਕ ਛੋਟੀ ਭੈਣ ਸੀ। ਦੋਵੇਂ ਭੈਣ ਭਰਾ ਪਿੰਡ ਦੇ ਰਹਿਮੋ ਕਰਮ ਤੇ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੇ ਸਨ ਕਿ ਇੱਕ ਦਿਨ ਮਲੰਗੀ ਦੀ ਭੈਣ ਤੰਦੂਰ ਤੋਂ ਰੋਟੀਆਂ ਪਕਵਾਉਣ ਗਈ। ਅੱਜ ਤੋਂ ਕੁਝ ਵਰ੍ਹੇ ਪਹਿਲਾਂ ਤੱਕ ਪੰਜਾਬ ਦੇ ਪਿੰਡਾਂ 'ਚ ਮਾਛੀ ਸੱਕੇ ਪਾਣੀ ਭਰਦੇ ਸਨ। ਉਹਨਾਂ ਦੀਆਂ ਜਨਾਨੀਆਂ ਸਵੇਰੇ ਤੰਦੂਰ ਤਾ ਕੇ ਲੋਕਾਂ ਦੀਆਂ ਰੋਟੀਆਂ ਪਕਾਉਂਦੀਆਂ ਸਨ। ਲੌਡੇ ਵੇਲੇ ਕੜਾਹੀਆਂ ਤਾ ਕੇ ਦਾਣੇ ਭੁੰਨਦੀਆਂ, ਸ਼ਾਮ ਨੂੰ ਫਿਰ ਲੋਕਾਂ ਦੀਆਂ ਰੋਟੀਆਂ ਪਕਾਉਣ ਦਾ ਕੰਮ ਕਰਦੀਆਂ। ਉਸ ਦਿਨ ਤੰਦੂਰ 'ਤੇ ਬੜਾ ਹੀ ਰਸ ਸੀ, ਕਿਉਂਕਿ ਪਿੰਡ ਦੇ ਮੁਸਲਮਾਨ ਜੈਲਦਾਰ ਦੇ ਘਰ ਕੁਝ ਵਿਦੇਸ਼ੀ ਪ੍ਰਾਹੁਣੇ ਅਤੇ ਇਸ ਬਦਨਸੀਬ ਮੁਲਕ ਦੇ ਵਾਸੀਆਂ ਦੇ ਆਕਾ ਆ ਰਹੇ ਸਨ। ਇਸ ਲਈ ਤੰਦੂਰ 'ਤੇ ਕਿਸੇ ਗਰੀਬ ਦੀ ਰੋਟੀ ਨਹੀਂ ਸੀ ਪੱਕ ਸਕਦੀ। ਅਗਰ ਇੰਜ ਕਿਹਾ ਜਾਏ ਕਿ ਅੱਜ ਗੁਲਾਮਾਂ ਦੇ ਭੁੱਖੇ ਰਹਿਣ ਦਾ ਦਿਨ ਸੀ ਤਾਂ ਗਲਤ ਨਹੀਂ ਸੀ। ਜੇਕਰ ਅਸੀਂ ਆਪਣਿਆਂ 'ਤੇ ਇਸ ਤਰ੍ਹਾਂ ਦੇ ਜ਼ੁਲਮ ਨਾ ਕਰਦੇ ਤਾਂ ਅੰਗਰੇਜ਼ ਕਦੀ ਇੱਥੇ ਕਬਜ਼ਾ ਨਹੀਂ ਸਨ ਕਰ ਸਕਦੇ। ਪਿੰਡ ਦਿਆਂ ਜੈਲਦਾਰਾਂ ਨੇ ਅੰਗਰੇਜ਼ ਬਹਾਦਰ ਦੇ ਆਉਣ ਦੀ ਖੁਸ਼ੀ 'ਚ ਤੰਦੂਰ ਬੁੱਕ ਕਰਵਾਇਆ ਸੀ। ਕਿਸੇ ਗਰੀਬ ਨੂੰ ਦਮ ਮਾਰਨ ਦੀ ਇਜਾਜ਼ਤ ਨਹੀਂ ਸੀ। ਉਧਰ ਮਲੰਗੀ ਕੋਲ ਉਸ ਦਾ ਜਿਗਰੀ ਮਿੱਤਰ ਹਰਨਾਮ ਸਿੰਘ ਆਇਆ ਹੋਇਆ ਸੀ। ਦੋਹਾਂ ਦੇ ਢਿੱਡਾਂ 'ਚ ਭੁੱਖ ਕੜਵੱਲਾਂ ਪਾ ਰਹੀ ਸੀ। ਦੋਵੇਂ ਬੜੀ ਬੇਸਬਰੀ ਨਾਲ ਬਾਹਰਲੇ ਬੂਹੇ ਤੇ ਅੱਖਾਂ ਲਾਈ ਬੈਠੇ ਸਨ ਕਿ ਭੈਣ ਕਦੋਂ ਰੋਟੀਆਂ ਪਕਵਾ ਕੇ ਲਿਆਉਂਦੀ ਹੈ। ਪਰ ਇੰਜ ਲੱਗਦਾ ਸੀ ਕਿ ਭੈਣ ਨੇ ਤੰਦੂਰ 'ਤੇ ਜਾ ਕੇ ਘਰ ਦਾ ਚੇਤਾ ਹੀ ਭੁਲਾ ਦਿੱਤਾ ਸੀ। ਭੈਣ ਵੀ ਕੀ ਕਰਦੀ। ਮਾਛਣ ਨੂੰ ਕਿੰਨੀ ਵਾਰ ਕਿਹਾ ਕਿ ਮੇਰੇ ਵੀਰਾਂ ਨੂੰ ਬੜੀ ਭੁੱਖ ਲੱਗੀ ਹੈ, ਤੂੰ ਮੇਰੇ ਆਟੇ ਦੀਆਂ ਰੋਟੀਆਂ ਨਹੀਂ ਪਕਾ ਕੇ ਦਿੰਦੀ ਤਾਂ ਨਾ ਦੇ, ਪਰ ਮੈਨੂੰ ਜੈਲਦਾਰਾਂ ਦੇ ਆਟੇ 'ਚੋਂ 3-4 ਰੋਟੀਆਂ ਦੇ ਦੇ, ਮੈਂ ਭੱਜ ਕੇ ਆਪਣੇ ਵੀਰਾਂ ਨੂੰ ਫੜਾ ਆਵਾਂ ਤਾਂ ਕਿ ਉਹ ਢਿੱਡ ਭਰ ਲੈਣ। ਮਾਛਣ ਨੇ ਕਿਹਾ, ਨਾ ਕੁੜੀਏ, ਮੈਂ ਫਕੀਰਾਂ ਦਾ ਆਟਾ ਜੈਲਦਾਰਾਂ ਦੇ ਆਟੇ 'ਚ ਮਿਲਾਉਣ ਦਾ ਜ਼ੁਲਮ ਨਹੀਂ ਕਰ ਸਕਦੀ। ਕਿੱਥੇ ਜੈਲਦਾਰਾਂ ਦਾ ਅਨਾਜ, ਕਿੱਥੇ ਫਕੀਰਾਂ ਦਾ ਆਟਾ। ਇੰਨੇ ਚਿਰ ਨੂੰ ਜੈਲਦਾਰ ਦੇ ਚਮਚਿਆਂ ਵਿੱਚੋਂ ਇੱਕ ਮਲੰਗੀ ਦੀ ਭੈਣ ਦੇ ਆਟੇ ਦੀ ਪਰਾਤ ਚੁੱਕ ਕੇ ਦੂਰ ਸੁੱਟ ਦਿੱਤੀ ਅਤੇ ਉਸ ਨੂੰ ਗੁੱਤੋਂ ਫੜ ਕੇ ਥੜਿਓਂ ਥੱਲੇ ਸੁੱਟ ਕੇ ਮਾਰਨ ਲੱਗ ਪਿਆ। ਇਹ ਗੱਲ ਕਿਸੇ ਨੇ ਜਾ ਕੇ ਮਲੰਗੀ ਹੋਰਾਂ ਨੂੰ ਦੱਸ ਦਿੱਤੀ।
ਮਲੰਗੀ ਤੇ ਹਰਨਾਮ ਵੀ ਤੰਦੂਰ ਵਾਲੇ ਚੌਂਕ 'ਚ ਆ ਗਏ। ਇੱਕ ਪਾਸੇ ਉਹ ਦੋਵੇਂ ਅਤੇ ਦੂਜੇ ਪਾਸੇ ਜੈਲਦਾਰ ਤੇ ਉਸਦੇ ਗੁੰਡੇ ਸਨ। ਇਸ ਯੁੱਧ ਵਿੱਚ ਮਲੰਗੀ ਦੇ ਭੈਣ ਤਾਂ ਮਾਰੀ ਗਈ ਅਤੇ ਮਲੰਗੀ ਤੇ ਹਰਨਾਮ ਸਿੰਘ ਫੱਟੜ ਹੋ ਕੇ ਹਸਪਤਾਲ ਚਲੇ ਗਏ। ਉਸ ਤੋਂ ਬਾਅਦ ਉਹ ਹੋਇਆ ਜਿਹੜਾ ਹਮੇਸ਼ਾ ਤੋਂ ਗਰੀਬ ਨਾਲ ਹੁੰਦਾ ਆਇਆ ਹੈ। ਮੁਜਰਮ ਮੁਦਈ ਅਤੇ ਮੁਦਈ ਮੁਜਰਮ ਬਣ ਗਏ। ਪੈਸੇ ਵਾਲਾ ਪਾਪ ਕਰਕੇ ਵੀ ਸ਼ਰੀਫ ਹੈ ਅਤੇ ਗਰੀਬ ਨਿਰਦੋਸ਼ ਹੋ ਕੇ ਵੀ ਪਾਪੀ। ਭੈਣ ਦੇ ਕਤਲ ਦਾ ਪਰਚਾ ਮਲੰਗੀ ਹੋਰਾਂ ਦੇ ਖਿਲਾਫ ਕੱਟਿਆ ਗਿਆ। ਪਰਚਾ ਉਹਨਾਂ ਦੇ ਖਿਲਾਫ ਕਿਉਂ ਨਾ ਕੱਟੀਂਦਾ? ਜੈਲਦਾਰ, ਵਡੇਰੇ, ਖਾਨ, ਟਿਵਾਣੇ, ਜਗੀਰਦਾਰ, ਠਾਕਰ ਇਸ ਧਰਤੀ ਦੇ ਅੰਗਰੇਜ਼ ਦੀਆਂ ਬਾਹਾਂ ਸਨ। ਜੈਲਦਾਰ ਦੀ ਕੰਡ ਤੇ ਅੰਗਰੇਜ਼ ਦਾ ਹੱਥ ਸੀ। ਮਲੰਗੀ ਤੇ ਹਰਨਾਮ ਕਿਸੇ ਨਾ ਕਿਸੇ ਤਰ੍ਹਾਂ ਹਸਪਤਾਲ 'ਚੋਂ ਨੱਸ ਕੇ ਸਿੰਧ 'ਚ ਚਲੇ ਗਏ। ਅੰਗਰੇਜ਼ੀ ਪੁਲਿਸ ਸ਼ਿਕਾਰੀ ਕੁੱਤੇ ਵਾਂਗ ਉਹਨਾਂ ਨੂੰ ਭਾਲਦੀ ਫਿਰ ਰਹੀ ਸੀ, ਪਰ ਉਸ ਨੂੰ ਉਹਨਾਂ ਦੀ ਸੂਹ ਨਾ ਮਿਲੀ। ਅੰਤ ਉਸਨੇ ਫਾਈਲ ਬੰਦ ਕਰ ਦਿੱਤੀ ਅਤੇ ਮਲੰਗੀ ਤੇ ਹਰਨਾਮ ਨੂੰ ਡਰਾਉਣਾ ਸੁਪਨਾ ਸਮਝ ਕੇ ਭੁੱਲ ਗਈ। ਦੂਜੇ ਪਾਸੇ ਮਲੰਗੀ ਤੇ ਹਰਨਾਮ ਨੂੰ ਸਿੰਧ 'ਚ ਭੈਣ ਦੀ ਮੌਤ ਨੇ ਕਦੀ ਚੈਨ ਦੀ ਨੀਂਦ ਨਾ ਸੌਣ ਦਿੱਤਾ। ਉਹ ਰੋਜ਼ ਆਪਣੀਆਂ ਅੱਖਾਂ ਸਾਹਮਣੇ ਭੈਣ ਨੂੰ ਕਤਲ ਹੁੰਦਿਆਂ ਵੇਖਦੇ। ਉਸ ਮੰਜ਼ਰ ਨੂੰ ਚੇਤਾ ਕਰਕੇ ਉਹਨਾਂ ਦਾ ਖੂਨ ਖੌਲ ਉੱਠਦਾ। ਪਰ ਹਨੂਜ ਦਿੱਲੀ ਦੂਰ ਅਸਤ, ਅਜੇ ਦਿੱਲੀ ਦੂਰ ਏ ਵਾਲੀ ਮਿਸਾਲ ਸੀ। ਕਈ ਵਰ੍ਹਿਆਂ ਪਿੱਛੋਂ ਉਹ ਇਸ ਕਾਬਲ ਹੋ ਗਏ ਕਿ ਜੈਲਦਾਰ ਅਤੇ ਫਰੰਗੀ ਦਾ ਮੁਕਾਬਲਾ ਕਰ ਸਕਣ। ਅਜਿਹਿਆਂ ਵੇਲਿਆਂ ਤੇ ਵੰਗਾਰਣੀਆਂ ਧਾੜਾਂ ਕਰਨੀਆਂ ਪੈਂਦੀਆਂ ਹਨ ਜੋ ਮਲੰਗੀ ਤੇ ਹਰਨਾਮ ਨੇ ਜਗੀਰਦਾਰਾਂ ਦੇ ਸਤਾਏ ਹੋਏ ਅਤੇ ਫਰੰਗੀ ਸਰਕਾਰ ਦੇ ਵਿਰੋਧੀਆਂ ਦਾ ਇੱਕ ਜਥਾ ਤਿਆਰ ਕਰ ਲਿਆ। ਇਸ ਜਥੇ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਸ਼ਾਮਲ ਸਨ। ਸਾਰਿਆਂ ਨੇ ਆਪੋ ਆਪਣੇ ਦੁਸ਼ਮਣਾਂ ਤੇ ਅੱਖਾਂ ਗੱਡ ਲਈਆਂ ਅਤੇ ਫਿਰ ਮਲੰਗੀ ਦੇ ਦੁਸ਼ਮਣਾਂ ਨੂੰ ਮੁਕਾਉਣ ਵਾਸਤੇ ਪੰਜਾਬ ਨੂੰ ਮੂੰਹ ਕਰ ਲਿਆ। ਆਪਣੇ ਵੈਰੀ ਮੁਕਾਉਣ ਤੋਂ ਬਾਅਦ ਮਲੰਗੀ ਅਤੇ ਹਰਨਾਮ ਨੇ ਮਾਝੇ ਦੀ ਧਰਤੀ ਤੋਂ ਜ਼ੁਲਮ ਮੁਕਾਉਣ ਦੀ ਸਹੁੰ ਖਾ ਲਈ। ਮਾਝੇ ਦੀ ਧਰਤੀ ਤੇ ਇੱਕੋ ਹੀ ਨਾਅਰਾ ਗੂੰਜਦਾ ਸੀ, ਅਖੇ ਦਿਨ ਨੂੰ ਰਾਜ ਫਰੰਗੀ ਦਾ ਅਤੇ ਰਾਤ ਨੂੰ ਰਾਜ ਮਲੰਗੀ ਦਾ। ਇਸ ਰਾਜ ਨੂੰ ਕਾਇਮ ਰੱਖਣ ਲਈ ਉਹਨਾਂ ਨੂੰ ਇੱਕ ਰਾਜਧਾਨੀ ਦੀ ਲੋੜ ਸੀ। ਉਹਨਾਂ ਦੀ ਇਹ ਖਾਸ ਸਿਰਫ ਕੋਈ ਜੰਗਲ ਹੀ ਪੂਰੀ ਕਰ ਸਕਦਾ ਸੀ। ਇਸੇ ਲਈ ਉਹਨਾਂ ਨੇ ਛਾਂਗੇ ਮਾਂਗੇ ਦਾ ਰੁਖ ਕਰ ਲਿਆ, ਕਿਉਂਕਿ ਇਸ ਤੋਂ ਚੰਗੀ ਥਾਂ ਉਹਨਾਂ ਨੂੰ ਹੋਰ ਕਿਤੇ ਨਹੀਂ ਸੀ ਮਿਲ ਸਕਦੀ। ਇੱਕ ਰਾਤ ਸਰਦਾਰ ਬੰਤਾ ਸਿੰਘ ਨਥਈਆਂ, ਪੈਂਚ ਅਤੇ ਮੌਲਵੀ ਸਣੌਲਾ ਸਾਹਿਬ ਗਰਮੀਆਂ ਦੀ ਰੁੱਤ 'ਚ ਚੱਕ 17 ਵਿਖੇ ਆਪਣੇ ਘਰਾਂ ਦੇ ਆਮੋ ਸਾਹਮਣੇ ਮੰਜੀਆਂ ਡਾਹ ਕੇ ਬਾਜ਼ਾਰ 'ਚ ਸੁੱਤੇ ਹੋਏ ਸਨ। ਘੋੜਿਆਂ ਦੀ ਦਬੜ ਦਬੜ ਦੀ ਆਵਾਜ਼ ਸੁਣ ਕੇ ਦੋਵੇਂ ਉੱਠ ਬੈਠੇ। ਓਨੇ ਚਿਰ ਨੂੰ ਘੋੜਸਵਾਰ ਉਹਨਾਂ ਦੇ ਸਿਰਾਂ 'ਤੇ ਪਹੁੰਚ ਚੁੱਕੇ ਸਨ। ਮੌਲਵੀ ਸਾਹਿਬ ਨੇ ਛੇਤੀ ਨਾਲ ਆਪਣੀ ਬਰਸੀ ਸੰਭਾਲ ਲਈ ਅਤੇ ਸਰਦਾਰ ਸੰਤਾ ਸਿੰਘ ਨੇ ਲੱਕ ਨਾਲ ਲਟਕਦੀ ਕਿਰਪਾਨ ਹੱਥਾਂ 'ਚ ਕਰ ਲਈ। ਘੁੜਸਵਾਰਾਂ 'ਚੋਂ ਇੱਕ ਨੇ ਬੜੇ ਆਰਾਮ ਨਾਲ ਕਿਹਾ, ਸਰਦਾਰ ਜੀ ਸਤਿ ਸ੍ਰੀ ਅਕਾਲ। ਘਬਰਾਉਣ ਦੀ ਲੋੜ ਨਹੀਂ, ਅਸੀਂ ਕੋਈ ਚੋਰ ਡਾਕੂ ਨਹੀਂ, ਸਗੋਂ ਅਸੀਂ ਤਾਂ ਲੁਟੇਰਿਆਂ ਦੇ ਦੁਸ਼ਮਣ ਅਤੇ ਦੇਸ਼ ਭਗਤਾਂ ਦੇ ਸੇਵਕ ਹਾਂ। ਬਸ ਐਵੇਂ ਜਰਾ ਰਾਹ ਭੁੱਲ ਕੇ ਤੁਹਾਨੂੰ ਤਕਲੀਫ ਦਿੱਤੀ ਹੈ। ਮੇਰਾ ਨਾਮ ਹਰਨਾਮ ਸਿੰਘ ਅਤੇ ਇਹ ਮਲੰਗੀ ਹੈ। ਘੋੜਸਵਾਰ ਨੇ ਆਪਣੇ ਨਾਲ ਦੇ ਘੋੜੇ 'ਤੇ ਬੈਠੇ ਉੱਚੇ ਲੰਬੇ ਗੱਭਰੂ ਜਵਾਨ ਵੱਲ ਇਸ਼ਾਰਾ ਕਰਦਿਆਂ ਕਿਹਾ, ਆਹ ਸਾਰੇ ਸਾਡੇ ਸਾਥੀ ਹਨ। ਹਰਨਾਮ ਸਿੰਘ ਇਹ ਸਾਰੀ ਗੱਲ ਇੱਕੋ ਸਾਹ 'ਚ ਕਹਿ ਗਿਆ। ਮੌਲਵੀ ਸਣੌਲਾ ਸਾਹਿਬ ਨੇ ਕਿਹਾ, ਤੁਹਾਡੇ ਪਿਓ ਦੀ ਹੁੱਕੀ ਭੱਜੇ ਤੁਸੀਂ ਤੇ ਸਾਡਾ ਕਾਲਜਾ ਹੀ ਕੱਢ ਦਿੱਤਾ ਸੀ। ਮੌਲਵੀ ਸਾਹਿਬ ਕਿਸੇ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਜਾਂ ਕਿਸੇ 'ਤੇ ਨਾਰਾਜ਼ ਹੁੰਦੇ ਤਾਂ ਉਸ ਨੂੰ ਪਿਆਰ ਨਾਲ ਇਹੋ ਹੀ ਗਾਲ ਕੱਢਦੇ ਸਨ, ਤੁਹਾਡੇ ਨਾਂ ਦੀ ਹਵਾ ਤੇ ਕਦੋਂ ਦੀ ਸਾਡੇ ਪਿੰਡਾਂ ਤੱਕ ਪਹੁੰਚ ਚੁੱਕੀ ਹੈ, ਪਰ ਤੁਸੀਂ ਅੱਜ ਆ ਵੜੇ ਜੇ, ਉਹ ਵੀ ਚੋਰਾਂ ਦੀ ਤਰ੍ਹਾਂ। ਮਲੰਗੀ ਬੋਲਿਆ, ਕੀ ਦੱਸੀਏ ਮੀਆਂ ਜੀ, ਦਿਨ ਦਾ ਚਾਨਣ ਸਾਨੂੰ ਮਾਫਕ ਨਹੀਂ, ਇਸ ਲਈ ਤਾਂ ਚਮਗਿੱਦੜਾਂ ਵਾਂਗੂ ਰਾਤ ਨੂੰ ਉੱਡੇ ਫਿਰਦੇ ਹਾਂ। ਸੰਤਾ ਸਿੰਘ ਨੇ ਕਿਹਾ, ਤੁਸੀਂ ਤੇ ਪੰਜਾਬ ਦੀ ਧਰਤੀ ਦਾ ਮਾਣ ਜੇ। ਅਜੇ ਤੱਕ ਘੋੜ ਸਵਾਰਾਂ ਨੂੰ ਦੋਹਾਂ 'ਚੋਂ ਕਿਸੇ ਨੇ ਜਲ ਪਾਣੀ ਦਾ ਨਹੀਂ ਸੀ ਆਖਿਆ। ਥੋੜ੍ਹੀ ਦੂਰ ਭਾਲ ਸਿੰਘ ਝੂੰਬਰ ਪਿਆ ਸੀ, ਉਹ ਵੀ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ। ਉਸਨੇ ਉੱਥੋਂ ਹੀ ਕਿਹਾ ਕਿ ਇਹਨਾਂ ਨੂੰ ਪਾਣੀ ਧਾਣੀ ਵੀ ਪੁੱਛੋਗੇ ਕਿ ਇਸ ਤਰ੍ਹਾਂ ਹੀ ਤੋਰ ਦਿਓਗੇ? ਮਲੰਗੀ ਨੇ ਕਿਹਾ ਕਿ ਨਾ ਭਾਈ ਨਾ, ਸਾਨੂੰ ਕਿਸੇ ਕਿਸਮ ਦੀ ਜ਼ਰੂਰਤ ਨਹੀਂ, ਬਸ ਜੰਗਲ ਦੀ ਰਾਹ ਪਾ ਦਿਓ, ਤੁਹਾਡੇ ਵੱਲ ਜਲ ਪਾਣੀ ਉਧਾਰ ਰਿਹਾ, ਮੁਕੱਦਰਾਂ 'ਚ ਹੋਇਆ ਤਾਂ ਜ਼ਰੂਰ ਛਕਾਂਗੇ। ਹੁਣ ਤੁਹਾਡੇ ਨਾਲ ਮੁਲਾਕਾਤਾਂ ਹੁੰਦੀਆਂ ਹੀ ਰਹਿਣਗੀਆਂ। ਸੰਤਾ ਸਿੰਘ ਨੇ ਕਿਹਾ ਕਿ ਚਲੋ ਜਲ ਪਾਣੀ ਨਾ ਛਕੋ, ਘੋੜਿਆਂ ਤੋਂ ਲੈ ਕੇ 2 ਘੜੀ ਆਰਾਮ ਹੀ ਕਰ ਲਓ। ਹਰਨਾਮ ਸਿੰਘ ਨੇ ਕਿਹਾ
ਕਿ ਸਰਦਾਰ ਜੀ ਆਰਾਮ ਤਾਂ ਹੁਣ ਅਸੀਂ ਉਸ ਦਿਨ ਹੀ ਕਰਾਂਗੇ ਜਿਸ ਦਿਨ ਇਹ ਧਰਤੀ ਫਰੰਗੀਆਂ ਤੇ ਉਹਨਾਂ ਦੇ ਚਮਚਿਆਂ ਤੋਂ ਮੁਕਤ ਹੋ ਜਾਵੇਗੀ, ਜਾਂ ਫਿਰ ਉਸ ਦਿਨ ਕਰਾਂਗੇ ਜਿਸ ਦਿਨ ਸਾਡੇ ਸਰੀਰ ਰੂਹਾਂ ਤੋਂ ਮੁਕਤੀ ਪਾ ਜਾਣਗੇ। ਇਹਨਾਂ ਦੋਹਾਂ ਤੋਂ ਇਲਾਵਾ ਸਾਡੇ ਕੋਲ ਆਰਾਮ ਨਹੀਂ ਹੋਣਾ। ਨਾਲੇ ਜਿਸ ਧਰਤੀ ਤੇ ਕਰੋੜਾਂ ਲੋਕ ਆਰਾਮ ਕਰ ਰਹੇ ਹਨ, ਜੇ 2-4 ਆਰਾਮ ਨਾ ਕਰਨ ਤਾਂ ਕੋਈ ਫਰਕ ਨਹੀਂ ਪੈਂਦਾ। ਖੜਕ ਸਿੰਘ ਨੇ ਹਰਨਾਮ ਦੀ ਅਧੂਰੀ ਗੱਲ ਪੂਰੀ ਕਰਦਿਆਂ ਕਿਹਾ। ਮਲੰਗੀ ਨੇ ਕਿਹਾ ਕਿ ਇਹ ਸਮਾਂ ਗੱਲਾਂ ਕਰਨ ਦਾ ਨਹੀਂ। ਸਰਦਾਰ ਜੀ, ਤੁਸੀਂ ਸਾਨੂੰ ਜੰਗਲ ਦੀ ਰਾਹ ਪਾ ਦਿਓ, ਤੁਹਾਡੀ ਬੜੀ ਕਿਰਪਾ ਹੋਵੇਗੀ। ਮੌਲਵੀ ਸਾਹਿਬ ਭਾਲ ਸਿੰਘ ਤੇ ਸੰਤਾ ਸਿੰਘ ਨੇ ਘੋੜਸਵਾਰਾਂ ਦੇ ਨਾਲ ਜਾ ਕੇ ਉਹਨਾਂ ਨੂੰ ਜੰਗਲ ਦਾ ਰਸਤਾ ਦੱਸ ਦਿੱਤਾ। ਮਲੰਗੀ ਹਰਨਾਮ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਜੰਗਲ ਦੇ ਰਾਹ ਪਾ ਕੇ ਭਾਲ ਸਿੰਘ ਆਪਣੇ ਬਿਸਤਰ ਤੇ ਆ ਕੇ ਸੌਂ ਗਿਆ। ਮੌਲਵੀ ਸਾਹਿਬ ਅਤੇ ਸੰਤਾ ਸਿੰਘ ਆਪਣੀਆਂ ਆਪਣੀਆਂ ਸੋਚਾਂ ਵਿੱਚ ਗੁੰਮ ਹੋ ਗਏ। ਸੰਤਾ ਸਿੰਘ ਖੜਕ ਸਿੰਘ ਦੀ ਆਖੀ ਹੋਈ ਗੱਲ ਕਿ ਜੇ 2-4 ਬੰਦੇ ਆਰਾਮ ਨਹੀਂ ਕਰਨਗੇ ਤਾਂ ਕੀ ਫਰਕ ਪੈਂਦਾ ਹੈ ਬਾਰੇ ਸੋਚ ਰਿਹਾ ਸੀ। ਕੀ ਉਹ ਇਹ ਗੱਲ ਸਾਨੂੰ ਸੁਣਾ ਕੇ ਕਹਿ ਗਿਆ ਹੈ? ਸਾਨੂੰ ਦੇਸ਼ ਦੀ ਆਜ਼ਾਦੀ ਦੀ ਕੋਈ ਚਿੰਤਾ ਨਹੀਂ। ਕੀ ਅਸੀਂ ਉਹਨਾਂ ਦੇਸ਼ ਭਗਤਾਂ 'ਚੋਂ ਨਹੀਂ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਉਣ ਲਈ ਸਿਰਾਂ 'ਤੇ ਖੱਫਣ ਬੰਨੇ ਹੋਏ ਹਨ? ਪਰ ਅਸੀਂ ਵੀ ਕੀ ਕਰੀਏ? ਜਦੋਂ ਕਿਸੇ ਮੰਜ਼ਿਲ 'ਤੇ ਪੁੱਜਣ ਦਾ ਸਮਾਂ ਆਉਂਦਾ ਹੈ ਤਾਂ ਸਾਡੇ ਵਿੱਚੋਂ ਕੋਈ ਗਦਾਰ ਸਾਡੀ ਕੰਡ 'ਤੇ ਵਾਰ ਕਰਕੇ ਗੁਲਾਮੀ ਦੀ ਰਾਤ ਨੂੰ ਹੋਰ ਲੰਮਾ ਕਰ ਦਿੰਦਾ ਹੈ। ਸੰਤਾ ਸਿੰਘ ਨੀਂਦ ਤੋਂ ਦੂਰ ਆਪਣੀਆਂ ਸੋਚਾਂ ਦੇ ਜੰਗਲ ਵਿੱਚ ਭਟਕ ਰਿਹਾ ਸੀ। ਮੌਲਵੀ ਸਾਹਿਬ ਵੀ ਅਜਿਹੀਆਂ ਹੀ ਸੋਚਾਂ ਵਿੱਚ ਮਗਨ ਸਨ। ਪਹਿਲਾਂ ਵੀ ਕਿੰਨੇ ਸੂਰਮੇ ਫਰੰਗੀਆਂ ਵਿਰੁੱਧ ਖੜੇ ਹੋਏ, ਪਰ ਸਾਡੇ ਆਪਣਿਆਂ ਦੀ ਗਦਾਰੀ ਕਾਰਨ ਮੌਤ ਦੀ ਭੇਟ ਚੜ੍ਹ ਗਏ। ਅੱਜ ਇਸ਼ਕ ਦੇ ਬਾਜ਼ਾਰ ਵਿੱਚ ਮਲੰਗੀ ਤੇ ਹਰਨਾਮ ਸਿੰਘ ਨਾਂ ਦੇ ਮਜਨੂ ਆ ਗਏ ਹਨ। ਵੇਖੋ ਸਾਡੀ ਕੌਮ ਇਹਨਾਂ ਨਾਲ ਕੀ ਸਲੂਕ ਕਰਦੀ ਹੈ। ਮੌਲਵੀ ਸਾਹਿਬ ਸਮਝ ਰਹੇ ਸਨ ਕਿ ਸੰਤਾ ਸਿੰਘ ਸੌਂ ਰਿਹਾ ਹੈ ਅਤੇ ਸੰਤਾ ਸਿੰਘ ਸੋਚ ਰਿਹਾ ਸੀ ਕਿ ਮੌਲਵੀ ਸਾਹਿਬ ਸੌਂ ਰਹੇ ਹਨ, ਪਰ ਦੋਵੇਂ ਹੀ ਆਪਣੀ ਆਪਣੀ ਥਾਂ ਤੇ ਜਾਗ ਰਹੇ ਸਨ। ਸਰਗੀ ਦਾ ਤਾਰਾ ਕਾਫੀ ਉੱਚਾ ਚੜ੍ਹ ਆਇਆ ਸੀ। ਸੰਤਾ ਸਿੰਘ ਨੇ ਤਾਰੇ ਵੱਲ ਵੇਖ ਕੇ ਕਿਹਾ, ਮੌਲਵੀ ਸਾਹਿਬ ਉੱਠੋ, ਬਾਂਗ ਦਾ ਸਮਾਂ ਹੋ ਗਿਆ ਹੈ। ਉਹ ਨਾ ਹੋਵੇ ਕਿ ਨਮਾਜ਼ ਪੜ੍ਹਨ ਵਾਲੇ ਉਡੀਕਦੇ ਹੀ ਰਹਿਣ। ਅਜ਼ਾਨ ਕਦੋਂ ਹੁੰਦੀ ਹੈ? ਮੌਲਵੀ ਸਾਹਿਬ ਨੇ ਕਿਹਾ ਕਿ ਨੰਬਰਦਾਰਾ, ਜਗਾਈ ਦਾ ਉਸ ਨੂੰ ਹੈ ਜਿਹੜਾ ਸੁੱਤਾ ਹੋਵੇ। ਮੇਰੀ ਰਾਤ ਤਾਂ ਉਧੇੜ ਬੁਣ ਵਿੱਚ ਹੀ ਗੁਜ਼ਰ ਗਈ ਹੈ। ਮੌਲਵੀ ਸਾਹਿਬ ਨੇ ਮਸੀਤ ਵਿੱਚ ਜਾ ਕੇ ਅਜ਼ਾਨ ਦਿੱਤੀ। ਸੰਤਾ ਸਿੰਘ ਨੇ ਵੀ ਇੱਕ ਨਵੀਂ ਉਮੀਦ ਨਾਲ ਗੁਰਦੁਆਰੇ ਜਾ ਮੱਥਾ ਟੇਕਿਆ। ਮੌਲਵੀ ਸਾਹਿਬ ਜਦੋਂ ਬੱਚਿਆਂ ਨੂੰ ਕੁਰਾਨ ਪਾਕ ਦਾ ਸਬਕ ਪੜ੍ਹਾ ਕੇ ਮਸਜਿਦ 'ਚੋਂ ਬਾਹਰ ਨਿਕਲੇ, ਉਹਨਾਂ ਦੀ ਨਜ਼ਰ ਖੂਹ ਵਾਲੇ ਚੌਂਕ ਵਿੱਚ ਲੱਗੇ ਹੋਏ ਮਜਮੇ 'ਤੇ ਜਾ ਪਈ ਤੇ ਉਹ ਇੱਕਦਮ ਘਬਰਾ ਗਏ। ਓਨੀ ਦੇਰ ਨੂੰ ਫੌਜਾ ਚੌਂਕੀਦਾਰ ਘਰੋਂ ਨਿਕਲ ਆਇਆ। ਮੌਲਵੀ ਹੋਰਾਂ ਨੇ ਫੱਜੇ ਨੂੰ ਪੁੱਛਿਆ, ਉਹ ਸਾਹਮਣੇ ਲੋਕ ਕਿਹੜੀ ਗੱਲੋਂ ਇਕੱਠੇ ਹੋਏ ਹਨ? ਫੱਜੇ ਨੇ ਕਿਹਾ ਕਿ ਮੀਆਂ ਜੀ, ਸੰਤਾ ਸਿੰਘ ਤੇ ਭਾਲ ਸਿੰਘ ਕਹਿੰਦੇ ਨੇ ਕਿ ਰਾਤੀਂ ਮਲੰਗੀ ਤੇ ਉਸਦੇ ਸਾਥੀ ਆਪਣੇ ਪਿੰਡ ਆਏ ਸਨ। ਜਿਵੇਂ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਜਾ ਰਿਹਾ, ਇਹ ਚਸਕੇ ਲੈਣ ਲਈ ਭੱਜੇ ਆ ਰਹੇ ਹਨ। ਮੌਲਵੀ ਸਾਹਿਬ ਤੇ ਫਜ਼ਲਦੀਨ ਵੀ ਗੱਲਾਂ ਕਰਦੇ ਕੋਲ ਪੁੱਜ ਗਏ। ਉਹਨਾਂ ਨੂੰ ਵੇਖ ਕੇ ਸੰਤਾ ਸਿੰਘ ਨੇ ਕਿਹਾ ਕਿ ਲਓ ਮੌਲਵੀ ਸਾਹਿਬ ਤੋਂ ਪੁੱਛ ਲਵੋ। ਮਜਮੇ ਵਿੱਚੋਂ ਸ਼ਰੀਫ ਮੀਰ ਬੋਲਿਆ, ਮੌਲਵੀ ਜੀ, ਉਹ ਕਿੰਨੇ ਬੰਦੇ ਸਨ ਤੇ ਉਹ ਕਿੱਧਰ ਨੂੰ ਗਏ ਹਨ? ਮੌਲਵੀ ਹੋਰਾਂ ਕਿਹਾ, ਤੇਰੇ ਪਿਓ ਦੀ ਹੁੱਕੀ ਭੱਜੇ, ਤੂੰ ਉਹਨਾਂ ਦੀ ਮੁਖਬਰੀ ਕਰਨੀ ਏ। ਮੌਲਵੀ ਸਾਹਿਬ ਦੀ ਗੱਲ ਸੁਣ ਕੇ ਸਾਰਾ ਮਜਮਾ ਹੱਸਣ ਲੱਗ ਪਿਆ। ਉਹ ਜੈਲਦਾਰਾਂ ਦੇ ਨਾਲ ਨਾਲ ਅੰਗਰੇਜ਼ ਡਿਪਟੀ ਨੂੰ ਵੀ ਕਤਲ ਕਰਕੇ ਫਰਾਰ ਹੋਏ ਸਨ। ਅੰਗਰੇਜ਼ ਸਰਕਾਰ ਸ਼ਿਕਾਰੀ ਕੁੱਤਿਆਂ ਵਾਂਗ ਉਹਨਾਂ ਦਾ ਪਿੱਛਾ ਕਰ ਰਹੀ ਹੈ। ਇਹੋ ਜਿਹਾ ਹੀ ਪੈਂਚ ਹੈ ਜਿਹੜਾ ਸਵੇਰ ਦਾ ਮਜਮਾ ਲਾਈ ਖੜਾ ਹੈ। ਚਲੋ ਭੱਜੋ, ਆਪਣਾ ਆਪਣਾ ਕੰਮ ਕਰੋ। ਮੌਲਵੀ ਹੋਰਾਂ ਦੀ ਗੱਲ ਸੁਣ ਕੇ ਸਾਰੇ ਲੋਕ ਖਿਲਰ ਗਏ। ਸੰਤਾ ਸਿੰਘ ਤੇ ਮੌਲਵੀ ਸਾਹਿਬ ਵੀ ਆਪਣੇ ਆਪਣੇ ਘਰਾਂ ਵੱਲ ਨੂੰ ਚੱਲ ਪਏ। ਮੌਲਵੀ ਨੇ ਸੰਤਾ ਸਿੰਘ ਨੂੰ ਕਿਹਾ ਕਿ ਸਰਦਾਰ ਜੀ, ਅੱਗੇ ਅਸੀਂ ਕਿਹੜਾ ਜਬਰੂ ਤੇ ਊਧਮ ਸਿੰਘ ਹੋਰਾਂ ਨਾਲ ਚੰਗੀ ਕੀਤੀ ਸੀ ਜਿਹੜਾ ਹੁਣ ਮਲੰਗੀ ਹੋਰਾਂ ਦੀ ਕਰਦੇ ਪਏ ਆ। ਇਸ ਮਜਮੇ ਵਿੱਚ ਰੰਗ ਬਿਰੰਗੇ ਬੰਦੇ ਹੋਣੇ ਨੇ। ਲੋਕਾਂ ਤਾਂ ਰੁਪਏ ਪਿੱਛੇ ਆਪਣਾ ਦੀਨ ਇਮਾਨ ਵੇਚ ਦਿੰਦੇ ਨੇ। ਸੱਚ ਪੁੱਛੋ ਤਾਂ ਕਿਸੇ ਤੇ ਇਤਬਾਰ ਕਰਨ ਨੂੰ ਜੀ ਨਹੀਂ ਕਰਦਾ। ਸਰਦਾਰ ਜੀ, ਮਲੰਗੀ ਤੇ ਹਰਨਾਮ ਸਿੰਘ ਨੂੰ ਇੰਨਾ ਖਤਰਾ ਫਰੰਗੀ ਸਰਕਾਰ ਤੋਂ ਨਹੀਂ ਜਿੰਨਾ ਆਪਣੇ ਗਦਾਰਾਂ ਤੋਂ ਹੈ। ਸੰਤਾ ਸਿੰਘ ਅੱਜ ਬੜਾ ਹੈਰਾਨ ਸੀ, ਕਿਉਂਕਿ ਉਸਨੇ ਮੌਲਵੀ ਸਾਹਿਬ ਦਾ ਇਹ ਰੂਪ ਪਹਿਲੀ ਵਾਰ ਵੇਖਿਆ ਸੀ। ਮਸਜਿਦ ਦੀ ਹੱਦ ਤੱਕ ਤਾਂ ਮੌਲਵੀ ਸਾਹਿਬ ਨੂੰ ਸਾਰੇ ਹੀ ਜਾਣਦੇ ਸਨ,
ਪਰ ਆਮ ਜ਼ਿੰਦਗੀ ਵਿੱਚ ਉਹ ਕਿਸੇ ਨਾਲ ਬਹੁਤਾ ਨਹੀਂ ਖੁੱਲ੍ਹਦੇ ਸਨ, ਆਪਣੇ ਮਤਲਬ ਦੀ ਹੀ ਗੱਲ ਕਰਦੇ ਸਨ। ਸੰਤਾ ਸਿੰਘ ਨੇ ਕਿਹਾ ਕਿ ਠੀਕ ਹੈ ਮੀਆਂ ਜੀ, ਮੈਥੋਂ ਗਲਤੀ ਹੋ ਗਈ, ਮੈਨੂੰ ਇਸ ਤਰ੍ਹਾਂ ਸ਼ਰੇਆਮ ਮਜਮਾ ਨਹੀਂ ਸੀ ਲਾਉਣਾ ਚਾਹੀਦਾ। ਕੌਣ ਜਾਣੇ ਕਦੋਂ ਕਿਸ ਦਾ ਈਮਾਨ ਡੋਲ ਜਾਵੇ। ਫਿਰ ਸਰਕਾਰ ਨੇ ਮਲੰਗੀ ਤੇ ਹਰਨਾਮ ਸਿੰਘ ਤੇ 5000 ਰੁਪਏ ਤੇ 2 ਮੁਰੱਬੇ ਜ਼ਮੀਨ ਇਨਾਮ ਵੀ ਰੱਖਿਆ ਹੈ। ਇਨਾਮ ਦਾ ਲਾਲਚ ਵੱਡਿਆਂ ਵੱਡਿਆਂ ਦਾ ਈਮਾਨ ਖੋਹ ਲੈਂਦਾ ਹੈ। ਜਗੀਰਦਾਰਾਂ ਨੇ ਆਪਣੀ ਜ਼ਮੀਰ ਵੇਚ ਕੇ ਅੰਗਰੇਜ਼ੀ ਕੁੱਤੇ ਬਣ ਕੇ ਦੇਸੀ ਭਰਾਵਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਮਲੰਗੀ ਤੇ ਹਰਨਾਮ ਸਿੰਘ ਨੂੰ ਅੰਗਰੇਜ਼ਾਂ ਨਾਲ ਦੋ ਹੱਥ ਕਰਨ ਦਾ ਜ਼ਿਆਦਾ ਮੌਕਾ ਨਾ ਮਿਲਿਆ। ਇੱਕ ਦਿਨ ਉਹਨਾਂ ਦਾ ਟਾਕਰਾ ਬੱਗੇ ਪਿੰਡ ਦੇ ਅਰਾਈ ਮੁਸਲਮਾਨਾਂ ਨਾਲ ਹੋ ਗਿਆ। ਉਹ ਵੀ ਲਾਖੂ ਦੇ ਰਹਿਣ ਵਾਲੇ ਸਨ, ਪਰ ਉਹਨਾਂ ਬੱਗਿਆਂ ਵਿੱਚ ਵੀ ਭੋਏ ਖਰੀਦੀ ਹੋਈ ਸੀ। ਉਹਨਾਂ ਮਲੰਗੀ ਤੇ ਹਰਨਾਮ ਸਿੰਘ ਨੂੰ ਆਪਣੇ ਘਰ ਆਉਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਆਓ, ਉਹ ਵੀ ਤੁਹਾਡਾ ਆਪਣਾ ਹੀ ਘਰ ਹੈ। ਪਿੰਡ ਦਾ ਹੋਣ ਕਾਰਨ ਮਲੰਗੀ ਤੇ ਹਰਨਾਮ ਸਿੰਘ ਉਹਨਾਂ ਦਾ ਵਸਾ ਖਾ ਕੇ ਉਹਦੇ ਪਿੰਡ ਚਲੇ ਗਏ। ਪਰ ਉੱਥੇ ਪੁੱਜ ਕੇ ਉਹਨਾਂ ਨੂੰ ਪਤਾ ਲੱਗਾ ਕਿ ਉਹ ਵੱਡੇ ਧੋਖੇ ਦਾ ਸ਼ਿਕਾਰ ਹੋ ਗਏ ਹਨ। ਅੰਗਰੇਜ਼ਾਂ ਨੇ ਸ਼ੇਰਾਂ ਦਾ ਸ਼ਿਕਾਰ ਕਰਨ ਲਈ ਅਜਿਹੇ ਗਦਾਰ ਸ਼ਿਕਾਰੀਆਂ ਨੂੰ ਹੀ ਸਦਾ ਵਰਤਿਆ। ਮਲੰਗੀ ਤੇ ਹਰਨਾਮ ਸਿੰਘ ਤਾਂ ਅੰਗਰੇਜ਼ਾਂ ਦੀਆਂ ਗੋਲੀਆਂ ਖਾ ਕੇ ਸਦਾ ਲਈ ਅਮਰ ਹੋ ਗਏ, ਪਰ ਉਹਨਾਂ ਦੇ ਗਦਾਰਾਂ ਦੇ ਮੂੰਹ ਤੋਂ ਕਾਲਖ ਸਦੀਆਂ ਤੱਕ ਨਹੀਂ ਲਹਿਣੀ। ਪਿੱਛੇ ਜਿਹੇ ਲੇਖਕ ਦੇ ਰਿਸ਼ਤੇਦਾਰ ਮੁਹੰਮਦ ਸਾਦਕ ਦੀ ਮਲੰਗੀ ਅਤੇ ਹਰਨਾਮ ਸਿੰਘ ਨੂੰ ਮਰਵਾਉਣ ਵਾਲੇ ਦੇ ਪੋਤਰੇ ਦੀ ਬਹਿਸ ਹੋ ਗਈ। ਉਹ ਕਹਿਣ ਲੱਗਾ ਕਿ ਸਾਡੇ ਕੋਲ ਬੜੀਆਂ ਜ਼ਮੀਨਾਂ, ਤੁਹਾਡੇ ਕੋਲ ਕੀ ਏ? ਸਾਦਕ ਕਹਿਣ ਲੱਗਾ ਕਿ ਅਸੀਂ ਜਾਣਦੇ ਹਾਂ ਕਿ ਤੁਹਾਡੇ ਕੋਲ ਜ਼ਮੀਨ ਕਿੱਥੋਂ ਆਈ ਹੈ। ਤੁਹਾਡੇ ਵੱਲੋਂ ਕੀਤੀ ਗੁਦਾਰੀ ਨੂੰ ਸਾਰਾ ਪੰਜਾਬ ਜਾਣਦਾ ਹੈ। ਮੈਨੂੰ ਇਹ ਗੱਲ ਬੜੇ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਅੰਗਰੇਜ਼ ਸਾਡੇ ਸਿਰ ਵਿੱਚ ਸਾਡੀਆਂ ਹੀ ਜੁੱਤੀਆਂ ਮਾਰ ਕੇ ਦੇਸ਼ ਧਰੋਈਆਂ ਨੂੰ ਜ਼ਮੀਨਾਂ ਵੰਡ ਕੇ ਚਲਾ ਗਿਆ। ਜਾਂਦੇ ਸਮੇਂ ਉਹ ਜੁੱਤੀਆਂ ਆਪਣੇ ਏਜੰਟਾਂ ਦੇ ਹੱਥ ਵਿੱਚ ਦੇ ਗਿਆ। ਜਦੋਂ ਤੱਕ ਅਸੀਂ ਗੂੰਗੇ ਬੋਲੇ ਬਣ ਕੇ ਜ਼ੁਲਮ ਬਰਦਾਸ਼ਤ ਕਰਦੇ ਰਹਾਂਗੇ, ਉਦੋਂ ਤੱਕ ਇਹ ਜੁੱਤੀਆਂ ਸਾਡੇ ਸਿਰਾਂ ਵਿੱਚ ਵੱਜਦੀਆਂ ਰਹਿਣਗੀਆਂ। ਜਦੋਂ ਪੰਜਾਬ ਦੀ ਧਰਤੀ 'ਤੇ ਲਹੂ ਦੀਆਂ ਨਦੀਆਂ ਵਹਿ ਰਹੀਆਂ ਸਨ ਤਾਂ ਉਸ ਕਾਲੀ ਰਾਤ ਦਾ ਫਾਇਦਾ ਉਠਾ ਕੇ ਸਭ ਦਾ ਸਾਂਝਾ ਦੁਸ਼ਮਣ ਵਲੈਤ ਜਾ ਵੜਿਆ। ਕਿੰਨੇ ਤੇਗ ਬਹਾਦਰ ਸੂਲੀ ਚਾੜੋਗੇ? ਅਗਲਾ ਭਾਗ। ਇਹ ਲਗਭਗ 1932 ਦੀ ਗੱਲ ਹੈ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਹੋ ਚੁੱਕੀ ਸੀ। ਫੱਜੇ ਚੌਕੀਦਾਰ ਨੇ ਸਾਰੇ ਪਿੰਡ ਵਿੱਚ ਪੀਪਾ ਖੜਕਾ ਕੇ ਹੋਕਾ ਦਿੰਦੇ ਹੋਏ ਕਿਹਾ ਕਿ ਸ਼ਾਮ ਨੂੰ ਪਿੰਡ ਵਾਸੀਆਂ ਦਾ ਇਕੱਠ ਖੂਹ ਵਾਲੇ ਚੌਂਕ ਵਿੱਚ ਹੋਵੇਗਾ। ਸ਼ਾਮ ਨੂੰ ਚੌਂਕ ਵਿੱਚ ਨਿਆਣਿਆਂ ਸਮੇਤ ਪਿੰਡ ਵਾਸੀਆਂ ਦਾ ਵੱਡਾ ਇਕੱਠ ਹੋ ਗਿਆ। ਉੱਥੇ 4 ਗੱਡਿਆਂ ਨੂੰ ਜੋੜ ਕੇ ਸਟੇਜ ਬਣਾਈ ਹੋਈ ਸੀ। ਸਰਪੰਚ ਤੇ ਸਿਆਣੇ ਬਿਆਣੇ ਬਾਬੇ ਸਟੇਜ ਉੱਪਰ ਬੈਠੇ ਸਨ। ਇੰਨੀ ਦੇਰ ਨੂੰ ਸ਼ਾਮ ਦੀ ਨਮਾਜ਼ ਪੜ੍ਹ ਕੇ ਮੌਲਵੀ ਸਾਹਿਬ ਵੀ ਆ ਗਏ। ਥੋੜ੍ਹੀ ਦੇਰ ਬਾਅਦ ਗੁਰਦੁਆਰੇ 'ਚੋਂ ਭਾਈ ਸਾਹਿਬ ਵੀ ਆ ਗਏ। ਸਰਦਾਰ ਤੇਜਾ ਸਿੰਘ ਕੈਲਾ ਨੇ ਮੌਲਵੀ ਨੂੰ ਕਿਹਾ ਕਿ ਮੌਲਵੀ ਸਾਹਿਬ, ਜਲਸੇ ਦੀ ਕਾਰਵਾਈ ਸ਼ੁਰੂ ਕਰੋ। ਮੌਲਵੀ ਸਾਹਿਬ ਨੇ ਕੁਰਾਨ ਸ਼ਰੀਫ ਦੀ ਤਲਾਵਤ ਕੀਤੀ। ਉਸ ਤੋਂ ਬਾਅਦ ਭਾਈ ਜੀ ਹੋਰਾਂ ਨੇ ਬਾਣੀ ਪੜ੍ਹੀ ਤੇ ਫਿਰ ਇੱਕ ਨੌਜਵਾਨ ਨੇ ਆਜ਼ਾਦੀ ਦੇ ਪਰਵਾਨਿਆਂ ਦੀ ਸ਼ਾਨ ਵਿੱਚ ਜਜ਼ਬਾਤੀ ਕਵਿਤਾ ਤਰਨਮ ਵਿੱਚ ਪੜ੍ਹੀ। ਕਿੰਨੇ ਭਗਤ ਸਿੰਘ ਕਾਲ ਕੋਠੜੀ ਵਿੱਚ ਤਾੜੋਗੇ, ਤੁਸੀਂ ਕਿੰਨੇ ਤੇਗ ਬਹਾਦਰ ਸੂਲੀ ਚਾੜੋਗੇ, ਕਿੰਨੇ ਗੁਰਮੁਖ ਕੈਦਾਂ ਦੇ ਵਿੱਚ ਰੱਖੋਗੇ, ਤੁਸੀਂ ਕਿੰਨੇ ਲਛਮਣ ਜਿੰਦਾ ਬੰਨ ਕੇ ਸਾੜੋਗੇ, ਕਿੰਨੇ ਇਬਰਾਹਿਮ ਬਣਾਓਗੇ ਚਿਤਾ ਦੀ ਰੌਣਕ, ਕਿੰਨੇ ਇਬਰਾਹਿਮ ਬਣਾਓਗੇ ਚਿਤਾ ਦੀ ਰੌਣਕ, ਜ਼ੁਲਮ ਦੀ ਦੰਦੀ ਤੁਸੀਂ ਕਿੰਨੇ ਜ਼ਕਰੀਏ ਦਹਾੜੋਗੇ, ਕਿੰਨੇ ਪਰਵਾਨੇ ਤੁਸੀਂ ਕਾਲੇ ਪਾਣੀ ਭੇਜੋਗੇ, ਕਿਸ ਕਿਸ ਤੇ ਆਪਣਾ ਗੁੱਸਾ ਝਾੜੋਗੇ। ਫਰੰਗੀਓ, ਇਸ ਆਜ਼ਾਦੀ ਦੇ ਖੂਨੀ ਦੰਗਲ ਵਿੱਚ ਸਾਡੇ ਕਿਸ ਕਿਸ ਸ਼ੇਰ ਨੂੰ ਤੁਸੀਂ ਪਛਾੜੋਗੇ। ਧਰਮ ਸਮਾਜ ਦੇ ਨਾਂ ਤੇ ਕਦ ਤੱਕ ਕਤਲ ਕਰੋਗੇ, ਆਫਤਾਬ ਇਨਸਾਨੀਅਤ ਨੂੰ ਕਦ ਤੱਕ ਸੰਗਲ ਮਾਰੋਗੇ, ਆਫਤਾਬ ਇਨਸਾਨੀਅਤ ਨੂੰ ਕਦ ਤੱਕ ਸੰਗਲ ਮਾਰੋਗੇ। ਇਸ ਕਵਿਤਾ ਨੂੰ ਸੁਣ ਕੇ ਜਲਸੇ ਵਿੱਚ ਬੈਠੇ ਜਲਾਲ ਵਿੱਚ ਆ ਗਏ ਤੇ ਉਹ ਇਨਕਲਾਬ ਦੇ ਨਾਅਰੇ ਲਾਉਣ ਲੱਗ ਪਏ। ਜਿਹੜਾ ਕੋਈ ਆਪਣੇ ਘਰ ਬੈਠਾ ਅੰਨ ਪਾਣੀ ਛਕ ਰਿਹਾ ਸੀ, ਉਹ ਵੀ ਨਾਅਰਿਆਂ ਦੀ ਆਵਾਜ਼ ਸੁਣ ਕੇ ਜਲਸੇ ਵਿੱਚ ਆ ਪੁੱਜਾ। ਮੌਲਵੀ ਸਾਹਿਬ ਨੇ ਭਾਈਚਾਰੇ ਅਤੇ ਆਪਸੀ ਮੇਲ ਜੋਲ ਤੇ ਤਕਰੀਰ ਕੀਤੀ ਤੇ ਉਸ ਤੋਂ ਬਾਅਦ ਭਾਈ ਸਾਹਿਬ ਨੇ ਪੂਰਾ ਜਲਸਾ ਪੱਥਰ ਦਾ ਬੁੱਤ ਬਣਿਆ ਬੈਠਾ ਰਿਹਾ। ਕੀ ਮਜਾਲ ਸੀ ਕਿਤੋਂ ਸਿਰ ਖੁਰਕਣ ਦੀ ਵੀ ਆਵਾਜ਼ ਆਉਂਦੀ ਹੋਵੇ।
14ਵੀਂ ਰਾਤ ਦਾ ਚੰਨ ਆਪਣੇ ਪੂਰੇ ਜਲੋ ਨਾਲ ਚਮਕ ਰਿਹਾ ਸੀ। ਠੰਡੀ ਠੰਡੀ ਹਵਾ ਸਰਦੀ ਵਿੱਚ ਵਾਧਾ ਕਰ ਰਹੀ ਸੀ, ਪਰ ਕੋਈ ਵੀ ਬੰਦਾ ਆਪਣੀ ਥਾਂ ਤੋਂ ਹਿੱਲਣ ਲਈ ਤਿਆਰ ਨਹੀਂ ਸੀ। ਫਿਰ ਸਟੇਜ ਤੇ ਤੇਜਾ ਸਿੰਘ ਕਹਿਲਾ ਪ੍ਰਗਟ ਹੋਇਆ। ਉਸਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਅਸੀਂ ਹਿੰਦੂ, ਮੁਸਲਮਾਨ, ਸਿੱਖ ਇਸ ਧਰਤੀ ਮਾਂ ਦੇ ਪੁੱਤਰ ਹਾਂ। ਸਾਡਾ ਜੀਣਾ ਮਰਨਾ ਦੁੱਖ ਸੁੱਖ ਸਾਂਝੇ ਹਨ। 7 ਸਮੁੰਦਰੋਂ ਪਾਰ ਤੋਂ ਆਉਣ ਵਾਲਾ ਅੰਗਰੇਜ਼ ਵਪਾਰੀ ਦਾ ਰੂਪ ਧਾਰ ਕੇ ਸਾਡੇ ਦੇਸ਼ ਵਿੱਚ ਆਇਆ ਤੇ ਹਾਕਮ ਬਣ ਕੇ ਬਹਿ ਗਿਆ। ਉਸ ਦਾ ਕਾਰਨ ਇਹ ਸੀ ਕਿ ਸਾਡੇ ਹੁਕਮਰਾਨ ਮਰਿਆਂ ਦੀਆਂ ਲਾਸ਼ਾਂ ਉੱਪਰ ਤਾਜ ਮਹਿਲ ਬਣਾਉਂਦੇ ਰਹੇ, ਪਰ ਜਿਉਂਦਿਆਂ ਵੱਲ ਕੋਈ ਧਿਆਨ ਨਾ ਦਿੱਤਾ। ਮਰਿਆਂ ਦੀਆਂ ਕਬਰਾਂ ਤੇ ਕਸੀਦਕਾਰੀਆਂ ਹੋਈਆਂ ਤੇ ਜਿਉਂਦਿਆਂ ਨੂੰ ਟੈਕਸਾਂ ਦੇ ਬੋਝ ਥੱਲੇ ਦੱਬ ਦਿੱਤਾ। ਇਸ ਲਈ ਜਦੋਂ ਬੁਰਾ ਵਕਤ ਆਇਆ ਤਾਂ ਪ੍ਰਜਾ ਨੇ ਉਹਨਾਂ ਦਾ ਸਾਥ ਨਾ ਦਿੱਤਾ, ਪਰ ਪ੍ਰਜਾ ਨੇ ਜਿਸ ਕੰਬਲ ਨੂੰ ਕੰਬਲ ਸਮਝ ਕੇ ਜੱਫਾ ਮਾਰਿਆ ਸੀ, ਉਸ ਚਿੱਟੇ ਰਿਛ ਨੇ ਆਪਣੇ ਖੂਨੀ ਪੰਜਿਆਂ ਨਾਲ ਪ੍ਰਜਾ ਨੂੰ ਲਹੂ ਲੁਹਾਨ ਕਰ ਦਿੱਤਾ। ਜਲਿਆਂਵਾਲੇ ਬਾਗ ਦੇ ਸਾਕੇ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ ਕਿਸੇ ਦਾ ਮਿੱਤਰ ਨਹੀਂ। ਜਨਰਲ ਡਾਇਰ ਨੇ ਜਿਸ ਤਰ੍ਹਾਂ ਲੋਕਾਂ ਦਾ ਖੂਨ ਵਹਾਇਆ ਹੈ, ਉਸ ਤੋਂ ਕਿਸੇ ਕਿਸਮ ਦੀ ਖੈਰ ਮੰਗਣਾ ਫਜ਼ੂਲ ਹੈ। ਮੈਂ ਉਹਨਾਂ ਲੋਕਾਂ 'ਚੋਂ ਨਹੀਂ ਜਿਹੜੇ ਪਹਿਲਾਂ ਆਪਣਿਆਂ ਨੂੰ ਗਲਤੀਆਂ 'ਤੇ ਕੋਸਦੇ ਹਨ, ਨਾ ਉਹਨਾਂ 'ਚੋਂ ਹਾਂ ਜਿਹੜੇ ਆਪਣੀਆਂ ਗਲਤੀਆਂ ਦੂਜੇ ਸਿਰ ਪਾ ਦਿੰਦੇ ਹਨ। ਸਾਨੂੰ ਆਪਸ ਵਿੱਚ ਮੁਹੱਬਤ ਵਧਾਉਣੀ ਚਾਹੀਦੀ ਹੈ, ਨਹੀਂ ਤਾਂ ਸਾਡਾ ਹਾਲ ਉਹਨਾਂ ਪੰਛੀਆਂ ਵਰਗਾ ਹੋਵੇਗਾ ਜਿਹੜੇ ਸ਼ਿਕਾਰੀ ਦੇ ਜਾਲ ਵਿੱਚ ਫਸ ਗਏ ਸਨ। ਉਹਨਾਂ ਸਲਾਹ ਕੀਤੀ ਕਿ ਉੱਡ ਚੱਲਦੇ ਹਾਂ, ਕਿਤੇ ਦੂਰ ਜਾ ਕੇ ਜਾਲ ਤੋੜ ਕੇ ਨਿਕਲ ਜਾਵਾਂਗੇ। ਜਦੋਂ ਉਹ ਜਾਲ ਲੈ ਕੇ ਉੱਡੇ ਤਾਂ ਰਾਹ ਵਿੱਚ ਕਬੂਤਰਾਂ ਨੇ ਕਾਵਾਂ ਨੂੰ ਕਿਹਾ ਕਿ ਤੁਸੀਂ ਜ਼ੋਰ ਘੱਟ ਲਾ ਰਹੇ ਹੋ। ਕਾਵਾਂ ਨੇ ਕਿਹਾ ਕਿ ਅਸੀਂ ਤਾਂ ਪੂਰਾ ਜ਼ੋਰ ਲਾ ਰਹੇ ਹਾਂ, ਬਗਲੇ ਹੱਡ ਹਰਾਮੀ ਕਰ ਰਹੇ ਹਨ। ਇਸ ਤਰ੍ਹਾਂ ਇੱਕ ਦੂਜੇ ਨਾਲ ਅੱਖਾਂ ਕੱਢਦਿਆਂ ਸਾਰਿਆਂ ਨੇ ਜ਼ੋਰ ਲਾਉਣਾ ਛੱਡ ਦਿੱਤਾ ਤੇ ਜਾਲ ਸਣੇ ਜ਼ਮੀਨ ਤੇ ਆ ਡਿੱਗੇ। ਸ਼ਿਕਾਰੀ ਪਿੱਛੇ ਨੱਛਿਆ ਆ ਰਿਹਾ ਸੀ। ਉਹਨੇ ਸਾਰੇ ਪਰਿੰਦੇ ਫੜੇ ਤੇ ਪਿੰਜਰੇ ਵਿੱਚ ਤਾੜ ਲਏ। ਅਸੀਂ ਵੀ ਛੋਟੀਆਂ ਛੋਟੀਆਂ ਗੱਲਾਂ ਆਪਸ ਵਿੱਚ ਲੜਦੇ ਰਹਿੰਦੇ ਹਾਂ। ਅਸੀਂ ਮੰਦਰਾਂ, ਮਸਜਿਦਾਂ ਤੇ ਗੁਰਦੁਆਰਿਆਂ ਦੀ ਸਿਆਸਤ ਕਰਦੇ ਹਾਂ। ਅਸੀਂ ਧਰਮਾਂ ਦੇ ਗੋਰਖ ਧੰਦੇ 'ਚੋਂ ਬਾਹਰ ਨਾ ਨਿਕਲੇ। ਗੁਲਾਮੀ ਦਾ ਜਾਲ ਤੋੜਨ ਲਈ ਅਸੀਂ ਅਤੇ ਆਜ਼ਾਦੀ ਹਾਸਲ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਪਵੇਗਾ। ਬਾਕੀ ਭਾਰਤ ਦੇ ਨਾਲ ਪੂਰਾ ਪੰਜਾਬ ਵਿੱਚ ਅੱਜ ਲੋਹਾ ਲਾਖਾ ਹੈ। ਸਾਨੂੰ ਸਾਰਿਆਂ ਨੂੰ ਆਜ਼ਾਦੀ ਲਈ ਲੜਨ ਵਾਲੇ ਸੂਰਮਿਆਂ ਦਾ ਸਾਥ ਦੇਣਾ ਚਾਹੀਦਾ ਹੈ। ਸਾਨੂੰ ਗਦਾਰਾਂ ਦਾ ਪਤਾ ਰੱਖਣਾ ਚਾਹੀਦਾ ਹੈ। ਤੇਜਾ ਸਿੰਘ ਦੀ ਪੁਰ ਅਸਰ ਤਕਰੀਰ ਨੇ ਪੱਥਰ ਦਿਲਾਂ ਨੂੰ ਮੋਮ ਕਰਨ ਦੇ ਨਾਲ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰ ਦਿੱਤਾ। ਆਪਸੀ ਸ਼ਿਕਵੇ ਭੁਲਾ ਕੇ ਸਾਰੇ ਖੰਡ ਤੇ ਖੀਰ ਹੋ ਗਏ। ਅਗਲੇ ਦਿਨ ਪੂਰੇ ਪਿੰਡ ਵਿੱਚ ਤੇਜਾ ਸਿੰਘ ਦੀ ਤਕਰੀਰ ਦੀ ਚਰਚਾ ਸੀ ਤੇ ਹਰ ਕੋਈ ਆਜ਼ਾਦੀ ਦੇ ਜੱਗ ਵਿੱਚ ਆਪਣਾ ਹਿੱਸਾ ਪਾਉਣ ਲਈ ਕਾਹਲਾ ਸੀ। ਗਵਾਚੇ ਲੋਕ। ਇਨਸਾਨ ਦਾ ਚੰਗਾ ਕਿਰਦਾਰ ਸੰਘਣੀ ਛਾਂ ਵਾਲੇ ਰੁੱਖ ਵਾਂਗ ਹੁੰਦਾ ਹੈ, ਜਿਹੜਾ ਆਪ ਧੁੱਪੇ ਸੜ ਕੇ ਮਨੁੱਖ ਨੂੰ ਠੰਡਕ ਤੇ ਆਰਾਮ ਪਹੁੰਚਾਉਂਦਾ ਹੈ। ਭੈੜਾ ਕਿਰਦਾਰ ਖਜੂਰ ਦੇ ਰੁੱਖ ਵਾਂਗ ਹੁੰਦਾ ਹੈ, ਧੁੱਪ ਲੱਗੇ ਤਾਂ ਛਾਂ ਨਹੀਂ ਦਿੰਦਾ ਤੇ ਉਸ ਦੇ ਫਲ ਤੱਕ ਅੱਪੜਿਆ ਨਹੀਂ ਜਾਂਦਾ। ਇਨਸਾਨ ਦੀ ਆਪਣੀ ਕੋਈ ਹਸਤੀ ਨਹੀਂ, ਇਹ ਤਾਂ ਮਿੱਟੀ ਦਾ ਮਾਧੋ ਹੈ, ਪਰ ਇਸ ਦਾ ਕਿਰਦਾਰ ਬੜੀ ਅਹਿਮੀਅਤ ਰੱਖਦਾ ਹੈ। ਸਾਰੇ ਪੈਗੰਬਰ, ਵਲੀ, ਨਬੀ ਉੱਚੇ ਕਿਰਦਾਰ ਦੇ ਮਾਲਕ ਸਨ, ਇਸ ਲਈ ਉਹਨਾਂ ਦੀਆਂ ਕਬਰਾਂ ਜਿਉਂਦੀਆਂ ਹਨ, ਜਦਕਿ ਬਾਦਸ਼ਾਹਾਂ ਦੇ ਮਹਿਲ ਖੰਡਰ ਬਣ ਚੁੱਕੇ ਹਨ। ਅੱਜ ਮੈਂ ਤੁਹਾਡੀ ਮੁਲਾਕਾਤ ਇੱਕ ਅਜਿਹੇ ਹੀ ਬੰਦੇ ਨਾਲ ਕਰਵਾਉਣ ਲੱਗਾ ਹਾਂ, ਜਿਹੜਾ ਦੌਲਤਮੰਦ ਹੋ ਕੇ ਵੀ ਦਰਵੇਸ਼ਾਂ ਵਰਗੀ ਜ਼ਿੰਦਗੀ ਬਸਰ ਕਰਦਾ ਸੀ। ਉਹ ਆਪ ਤਾਂ ਸ਼ਾਇਦ ਚੜ੍ਹਾਈ ਕਰ ਗਿਆ ਹੋਵੇ, ਪਰ ਉਸ ਦੇ ਸੰਸਕਾਰ ਹਾਲੇ ਤੱਕ ਜਿਉਂਦੇ ਹਨ। ਉਸ ਦਾ ਨਾਂ ਹੈ ਈਸ਼ਰ ਸਿੰਘ, ਪੁੱਤਰ ਹਾਕਮ ਸਿੰਘ ਬੁੱਤਵਾਲੀਆ। ਸਰਦਾਰ ਈਸ਼ਰ ਸਿੰਘ ਵੀ ਸਫੈਦ ਪੋਸ਼ਾਂ ਦੀ ਲੜੀ ਦਾ ਮੋਤੀ ਸੀ। ਇਸ ਦਾ ਸਿਲਸਿਲਾ ਵੀ ਬੁੱਤ ਸਿੰਘ ਅਤੇ ਗੰਗਾ ਸਿੰਘ ਨਾਲ ਜਾ ਮਿਲਦਾ ਹੈ। ਗੰਗਾ ਸਿੰਘ ਸ਼ੇਰੇ ਪੰਜਾਬ ਦਾ ਹਮਧਰਮ ਹੋਣ ਦੇ ਨਾਲ ਪੱਗ ਵੱਟ ਭਰਾ ਵੀ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਸ ਪਰਿਵਾਰ ਨਾਲ ਬੜਾ ਗੂੜਾ ਰਿਸ਼ਤਾ ਸੀ। ਈਸ਼ਰ ਸਿੰਘ ਦੀ 3 ਮੰਜ਼ਲੀ ਹਵੇਲੀ ਬਾਬਾ ਤਾਬਾ ਸਿੰਘ ਦੀ ਹਵੇਲੀ ਦੇ ਨਾਲ ਹੈ। ਈਸ਼ਰ ਸਿੰਘ ਦੇ 4 ਪੁੱਤਰ ਸਨ, ਠਾਕਰ ਸਿੰਘ, ਮੋਹਕਮ ਸਿੰਘ, ਉੱਤਮ ਸਿੰਘ ਤੇ ਦਇਆ ਸਿੰਘ। ਉੱਤਮ ਸਿੰਘ ਵੰਡ ਤੋਂ ਪਹਿਲਾਂ ਕਤਲ ਹੋ ਗਿਆ ਸੀ, ਜਦਕਿ ਦਇਆ ਸਿੰਘ ਦਾ ਹਾਲੇ ਵਿਆਹ ਨਹੀਂ ਹੋਇਆ ਸੀ। ਚੜ੍ਹਦੇ ਪੰਜਾਬ ਵਿੱਚ ਜਾ ਕੇ ਦਇਆ ਸਿੰਘ ਤਹਿਸੀਲਦਾਰ ਬਣ ਕੇ ਸੇਵਾ ਮੁਕਤ ਹੋਇਆ ਹੈ। ਠਾਕਰ ਸਿੰਘ ਦਾ ਵਿਆਹ ਚੂਣੀਆਂ ਲਾਗੇ ਭੀਮ ਕੇ ਚਾੜ ਕੇ ਵਿਖੇ ਹੋਇਆ ਹੈ। ਮੈਂ ਆਪਣੇ ਵੱਲੋਂ ਪੂਰੀ
ਪੁਣਛਾਣ ਕਰਕੇ ਅਜਿਹੇ ਲੇਖ ਲਿਖਦਾ ਹਾਂ। ਇਸ ਦੇ ਬਾਵਜੂਦ ਕਿਤੇ ਨਾ ਕਿਤੇ ਝੋਲ ਰਹਿ ਜਾਂਦੀ ਹੈ। ਇਹ ਕੋਈ 1-2 ਦਿਨ ਦੇ ਵਾਕੇ ਨਹੀਂ, ਸਗੋਂ ਇਹਨਾਂ ਨੂੰ ਲਗਭਗ ਪੌਣੀ ਸਦੀ ਬੀਤ ਚੁੱਕੀ ਹੈ। ਸ਼ੁਕਰਾਨਾ ਕਰਨਾ ਚਾਹੀਦਾ ਹੈ ਬਾਬੇ ਸ਼ਫੀ ਮੁਹੰਮਦ ਤੇ ਬਾਬੇ ਰਹਿਮਤ ਜਿਹਾਂ ਦਾ, ਜਿਨ੍ਹਾਂ ਨੇ ਹਰ ਗੱਲ ਨੂੰ ਆਪਣੇ ਦਿਲ ਵਿੱਚ ਸਾਂਭ ਰੱਖਿਆ ਹੈ। ਜਦੋਂ ਮੈਂ ਪੰਜਾਬ ਸਿੰਘ ਪ੍ਰਤਾਪ ਸਿੰਘ ਨੂੰ ਦੇਸ਼ ਨਿਕਾਲਾ ਦੇ ਰਿਹਾ ਸੀ ਤਾਂ ਮੇਰੇ ਦਿਲ ਵਿੱਚ ਇੱਕ ਕਸਕ ਸੀ ਕਿ ਮੈਂ ਈਸਰ ਸਿੰਘ ਬਾਰੇ ਕੁਝ ਨਹੀਂ ਲਿਖ ਸਕਿਆ। ਜੇ ਮੈਂ ਉਹਨਾਂ ਬਾਰੇ ਕੁਝ ਲਿਖਦਾ ਤਾਂ ਇਹ ਖੁਦਗਰਜੀ ਸੀ। ਇਸ ਲਈ ਫਿਰ ਇੱਕ ਵਾਰ ਮੈਨੂੰ ਪਿੰਡ ਬੁੱਤ ਦਾ ਪੈਂਡਾ ਕਰਨਾ ਪਿਆ। ਭਾਲ ਸਿੰਘ ਦਾ ਛੋਟਾ ਪੁੱਤਰ ਜਸਵੰਤ ਸਿੰਘ ਅੱਜ ਕੱਲ੍ਹ ਕੈਨੇਡਾ ਵਿੱਚ ਰਹਿੰਦਾ ਹੈ। ਉਸ ਦੇ ਨਾਲ ਉਸਦੇ ਭਾਣਜੇ ਦਲਬੀਰ ਸਿੰਘ ਸਿੱਧੂ ਅਤੇ ਗੁਰਪਾਲ ਸਿੰਘ ਸਿੱਧੂ ਵੀਰ ਸਿੰਘੀਏ ਵੀ ਉੱਥੇ ਰਹਿੰਦੇ ਹਨ। ਕੈਨੇਡਾ ਵਾਲਿਆਂ ਨੇ ਅਪੀਲ ਕੀਤੀ ਕਿ ਮੈਂ ਇੱਕ ਵਾਰ ਫਿਰ ਉੱਥੇ ਜਾਵਾਂ। ਪਿੰਡ ਤੋਂ ਤੁਰਨ ਤੋਂ ਪਹਿਲਾਂ ਮੈਂ ਚੌਧਰੀਆਂ ਨੂੰ ਫੋਨ ਕਰ ਦਿੱਤਾ ਕਿ ਮੈਂ ਤੁਹਾਨੂੰ ਮਿਲਣ ਆ ਰਿਹਾ ਹਾਂ। ਮੇਰੇ ਪਿੰਡ ਪੁੱਜਣ 'ਤੇ ਬਾਬੇ ਰਹਿਮਤ ਤੋਂ ਇਲਾਵਾ ਸਾਰੇ ਹੀ ਉੱਥੇ ਬੈਠੇ ਸਨ। ਚਾਹ ਪਾਣੀ ਤੋਂ ਬਾਅਦ ਮੈਂ ਪੁੱਛਿਆ ਕਿ ਬਾਬਾ ਰਹਿਮਤ ਨਜ਼ਰ ਨਹੀਂ ਆਉਂਦਾ। ਮੁਸਤਾਕ ਨੇ ਕਿਹਾ ਕਿ ਬਾਬਾ ਬਾਹਰ ਪੈਲੀ 'ਤੇ ਗਿਆ ਹੋਇਆ ਜੇ, ਤੁਸੀਂ ਕਹੋ ਤਾਂ ਮੈਂ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਲਿਆਉਂਦਾ ਹਾਂ। ਮੈਂ ਆਖਿਆ ਕਿ ਇਹਦੇ ਵਿੱਚ ਕਹਿਣ ਦੀ ਕਿਹੜੀ ਗੱਲ ਹੈ, ਮੈਂ ਤਾਂ ਆਇਆ ਹੀ ਉਹਨਾਂ ਕਰਕੇ ਹਾਂ। ਮੁਸਤਾਕ ਉਸੇ ਵੇਲੇ ਜਾ ਕੇ ਬਾਬੇ ਨੂੰ ਲੈ ਆਇਆ। ਬਾਬਾ ਮੇਰੇ ਨਾਲ ਕੁੱਟ ਕੇ ਜੱਫੀ ਪਾ ਕੇ ਮਿਲਿਆ। ਮੈਂ ਕਿਹਾ, ਬਾਬਾ ਜੀ ਅੱਜ ਮੈਂ ਈਸਰ ਸਿੰਘ ਤੇ ਉਹਨਾਂ ਬਾਰੇ ਜਾਣਕਾਰੀ ਲੈਣ ਆਇਆ ਹਾਂ। ਬਾਬਾ ਰਹਿਮਤ ਮੇਰੇ ਸਮੇਤ ਸਾਰਿਆਂ ਨੂੰ ਨਾਲ ਲੈ ਕੇ ਪਿੰਡੋਂ ਬਾਹਰ ਆ ਗਿਆ ਤੇ ਸੱਜੇ ਪਾਸੇ ਇਸ਼ਾਰਾ ਕਰਕੇ ਕਹਿਣ ਲੱਗਾ ਕਿ ਇਹ ਸਾਰਾ ਰਕਬਾ ਉੱਥੋਂ ਤੱਕ ਈਸ਼ਰ ਸਿੰਘ ਦਾ ਸੀ। ਉਸ ਦੀ 12 ਹਲਾਂ ਦੀ ਵਾਹੀ ਸੀ। ਲਗਭਗ 28 ਢੱਗੇ ਉਸ ਦੀ ਖੁਰਲੀ ਤੇ ਖੜੇ ਰਹਿੰਦੇ ਸਨ। ਉਹ ਸਾਹਮਣੇ ਰੁੱਖਾਂ ਹੇਠ ਉਹਦਾ ਡੇਰਾ ਸੀ। 40 ਫੁੱਟ ਲੰਮੀ ਬਲਦਾਂ ਦੀ ਖੁਰਲੀ ਸੀ, ਜਿਸ ਦੇ ਦੋਵੇਂ ਪਾਸੇ ਬਲਦ ਬੰਨੇ ਹੁੰਦੇ ਸਨ। ਇੱਕ ਬਲਦ ਨੂੰ ਵੇਖਿਆ ਦੂਜਾ ਭੁੱਲਦਾ ਸੀ। ਸੱਚੀ ਗੱਲ ਤਾਂ ਇਹ ਹੈ ਕਿ ਪੂਰੇ ਇਲਾਕੇ ਵਿੱਚ ਉਸ ਵਰਗੇ ਢੱਗੇ ਕਿਸੇ ਕੋਲ ਨਹੀਂ ਸਨ। ਲੋਕ ਦੂਰ ਦੂਰ ਤੋਂ ਆ ਕੇ ਉਸ ਦੀਆਂ ਜੋਗਾਂ ਵੇਖਦੇ। ਕਾਮਿਆਂ ਨੇ ਢੱਗਿਆਂ ਨੂੰ ਬੜਾ ਹਾਰ ਸ਼ਿੰਗਾਰ ਕੀਤਾ ਹੁੰਦਾ ਸੀ। ਜਦੋਂ 12 ਹਾਲੀਆਂ ਨੇ ਭੁਏ ਜੋਤਣੀ ਤਾਂ ਬਲਦੀਆਂ ਦੀਆਂ ਟੱਲੀਆਂ ਨੇ ਦੂਰ ਦੂਰ ਤੱਕ ਖਾਮੋਸ਼ੀ ਤੋੜ ਦੇਣੀ। ਬਲਦਾਂ ਦੀਆਂ ਟੱਲੀਆਂ ਦੀ ਆਵਾਜ਼ ਸੁਣ ਕੇ ਬੀਬੀਆਂ ਨੇ ਚਾਟੀਆਂ ਵਿੱਚ ਮਧਾਣੀਆਂ ਪਾ ਲੈਣੀਆਂ। ਬਾਬੇ ਨੇ ਇੱਕ ਲੰਮਾ ਸਾਹ ਭਰ ਕੇ ਕਿਹਾ ਕਿ ਪੁੱਤਰਾ, ਉਹ ਸਮੇਂ ਖੌਰੇ ਕਿੱਥੇ ਚਲੇ ਗਏ। ਉਸ ਪੰਜਾਬ ਨੂੰ ਕਿਸ ਕਲਮੂਹੇ ਦੀ ਨਜ਼ਰ ਖਾ ਗਈ। ਉਦੋਂ ਕਣਕ ਵੀ ਬਲਦਾਂ ਨਾਲ ਗਾਹੀ ਦੀ ਸੀ। ਈਸਰ ਸਿੰਘ ਨੇ ਵੱਡੇ ਵੱਡੇ ਖਲਵਾੜੇ ਲਵਾਉਣੇ ਅਤੇ ਜੇਠ ਚੜ੍ਹਦਿਆਂ ਹੀ ਸਾਰੀ ਕਣੀ ਕੁੰਝ ਲੈਣੀ। ਈਸਰ ਸਿੰਘ ਨੇ ਆਪਣੀ ਕਣਕ ਗਾਹ ਕੇ ਹੋਰ ਜ਼ਿਮੀਂਦਾਰਾਂ ਨੂੰ ਕਹਿਣਾ ਕਿ ਭਾਈ ਮੇਰੇ ਢੱਗੇ ਹੁਣ ਵਿਹਲੇ ਹਨ, ਜ਼ਰੂਰਤ ਹੋਵੇ ਤਾਂ ਲੈ ਜਾਇਆ ਕਰੋ। ਇੱਦਾਂ ਪਿੰਡ ਦੇ ਕਾਸ਼ਤਕਾਰਾਂ ਵੀ ਕਣਕ ਗਾਹ ਕੇ ਵਿਹਲਿਆਂ ਹੋ ਜਾਣਾ। ਈਸਰ ਸਿੰਘ, ਭਾਲ ਸਿੰਘ, ਵਰਿਆਮ ਸਿੰਘ ਤੇ ਸਾਡੇ ਘਰਾਂ 'ਚੋਂ ਕਮੀਆਂ ਕਾਰੀਆਂ ਨੇ ਸਾਲ ਭਰ ਦੀ ਕਣਕ ਜੋੜ ਲੈਣੀ ਤੇ ਫਿਰ ਸਾਡੇ ਹੀ ਡੰਗਰ ਜੋੜ ਕੇ ਖਰਾਸਾਂ ਤੇ ਦਾਣੇ ਪੀ ਲੈਣੇ। ਬਾਰੇ ਨੇ ਦੂਰ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਸਾਹਮਣੇ ਜਿਹੜੀ ਟਾਹਲੀ ਨਜ਼ਰ ਆ ਰਹੀ ਹੈ, ਇੱਥੇ ਈਸਰ ਸਿੰਘ ਦੀਆਂ ਮੱਝਾਂ ਦਾ ਵਾੜਾ ਸੀ। ਕੋਈ 40 ਕੁ ਸੱਜਰ ਮੱਝਾਂ ਹਰ ਵੇਲੇ ਵਾੜੇ 'ਚ ਖੜੀਆਂ ਰਹਿੰਦੀਆਂ ਸਨ। ਜਿਹੜੀ ਤੋਕੜ ਹੋ ਜਾਣੀ ਉਹ ਕਿਸੇ ਨਾ ਕਿਸੇ ਗਰੀਬ ਨੂੰ ਫੜਾ ਦੇਣੀ। ਉਦੋਂ ਦੁੱਧ ਵੇਚਣ ਦਾ ਰਿਵਾਜ ਨਹੀਂ ਸੀ। ਲੋਕ ਕਹਿੰਦੇ ਸਨ ਕਿ ਜਿਸ ਨੇ ਦੁੱਧ ਪੁੱਤਰ ਵੇਚਿਆ ਉਸ ਨੇ ਕੀ ਖੱਟਿਆ। ਉਦੋਂ ਕੋਈ ਕਮੀ ਕਾਰੀ ਡੰਗਰ ਨਹੀਂ ਸੀ ਰੱਖਦਾ। ਦੁੱਧ ਘਿਓ ਸਫੈਦ ਪੋਸ਼ਾਂ ਦੇ ਘਰੋਂ ਮਿਲ ਜਾਂਦਾ ਸੀ। ਈਸਰ ਸਿੰਘ ਦਾ ਪੱਠੇ ਵਿੱਚ ਵੀ ਸੀਰ ਸੀ। ਆਹ ਹਵੇਲੀ ਉਸੇ ਪੱਠੇ ਦੀਆਂ ਇੱਟਾਂ ਨਾਲ ਬਣੀ ਹੈ। ਬਾਬੇ ਨੇ ਈਸਰ ਸਿੰਘ ਦੀ ਉਜੜੀ ਹਵੇਲੀ ਵੱਲ ਇਸ਼ਾਰਾ ਕਰਦਿਆਂ ਆਖਿਆ। ਉਜੜੀ ਬਾਬੇ ਨੇ ਇਸ ਕਰਕੇ ਕਿਹਾ ਕਿ ਇਸ ਹਵੇਲੀ ਦੇ ਵਾਸੀ ਇਸ ਨੂੰ ਜਿੰਦਾ ਮਾਰ ਕੇ ਹੁਣ ਲਾਹੌਰ ਰਹਿਣ ਲੱਗ ਪਏ ਹਨ। ਈਸਰ ਸਿੰਘ ਨੇ ਇਸ ਨੂੰ ਬੜੀਆਂ ਰੀਝਾਂ ਨਾਲ ਬਣਵਾਇਆ ਸੀ, ਪਰ ਵਿਚਾਰੇ ਨੂੰ ਵਸਣਾ ਨਸੀਬ ਨਹੀਂ ਹੋਇਆ। ਪੱਠੇ ਤੋਂ ਇਲਾਵਾ ਕੋਟ, ਰਾਧਾ ਕਿਸ਼ਨ ਅਤੇ ਰਾਏਵਿੰਡ ਵਿੱਚ ਵੀ ਈਸਰ ਸਿੰਘ ਦੀਆਂ ਆੜਤ ਦੀਆਂ ਦੁਕਾਨਾਂ ਸਨ। ਲਗਭਗ 6 ਮੁਰੱਬਿਆਂ ਵਿੱਚ ਈਸਰ ਸਿੰਘ ਵਾਹੀ ਕਰਦਾ ਸੀ ਅਤੇ ਇਸ ਤੋਂ ਦੁੱਗਣੀ ਭੁਏ ਤੇ ਮੁਜਾਰੇ ਕਾਸ਼ਤ ਕਰਦੇ ਸਨ। ਅਨੋਖ ਸਿੰਘ ਵਾਂਗ ਇਹਦਾ ਵੀ ਖੁੱਲ੍ਹਾ ਖਾਤਾ ਸੀ। ਜੇ ਕਿਸੇ ਮੁਜਾਰੇ ਦੀ ਫਸਲ ਚੰਗੀ ਹੋ ਜਾਣੀ ਤਾਂ ਉਹਨੇ ਹਿੱਸਾ ਠੇਕਾ ਦੇ ਦੇਣਾ, ਨਹੀਂ ਤਾਂ ਆਪ ਹੀ ਖਾ ਪੀ ਕਰ ਲੈਣਾ। ਕਈ ਮਾੜੇ ਕਾਸ਼ਤਕਾਰਾਂ ਨੇ ਆੜਤ ਤੋਂ ਪੇਸ਼ਗੀ ਪੈਸੇ ਤੇ
ਪੈਸੇ ਲੈ ਜਾਣੇ ਕਿ ਫਸਲ ਕਟਵਾ ਕੇ ਮੋੜ ਦਿਆਂਗੇ। ਜੇ ਫਸਲ ਚੰਗੀ ਨਾ ਹੋਣੀ ਤਾਂ ਸਰਦਾਰ ਹੋਰਾਂ ਨੇ ਪੇਸ਼ਗੀ ਲਏ ਕਰਜ਼ੇ ਚੋਂ ਇੱਕ ਪਾਈ ਵੀ ਨਾ ਕੱਟਣੀ, ਸਗੋਂ ਮਾੜੇ ਬੰਦੇ ਦੀ ਹੋਰ ਸੇਵਾ ਕਰ ਦੇਣੀ। ਆੜਤਾਂ ਤੇ ਕੰਮ ਕਰਨ ਵਾਲੇ ਪੱਲੇਦਾਰ ਅਤੇ ਦੂਜੇ ਬੰਦੇ ਵੀ ਈਸਰ ਸਿੰਘ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਸਨ। ਬਾਬਾ ਰਹਿਮਤ ਕਹਿੰਦਾ ਹੈ ਕਿ ਈਸਰ ਸਿੰਘ ਭਾਵੇਂ ਸਾਡੇ ਪਰਿਵਾਰ ਵਿੱਚੋਂ ਹੀ ਸੀ, ਪਰ ਉਹ ਬੜਾ ਦਿਆਲੂ ਸੀ। ਇਸ ਲਈ ਉਸ 'ਤੇ ਅਕਾਲ ਪੁਰਖ ਦੀ ਬਹੁਤ ਮਿਹਰ ਸੀ। ਭੱਠੇ 'ਤੇ ਇੱਟਾਂ ਬਣਾਉਣ ਵਾਲੇ ਮਜ਼ਦੂਰ ਉਸ ਨੂੰ ਝੋਲੀਆਂ ਭਰ ਕੇ ਦੁਆਵਾਂ ਦਿੰਦੇ ਹਨ। ਦੁਆਵਾਂ ਕਿਉਂ ਨਾ ਦੇਣ, ਦੁੱਧ ਘਿਓ ਤਾਂ ਉਹਨਾਂ ਨੂੰ ਮੁਫਤ ਮਿਲਦਾ ਸੀ ਤੇ ਇਸ ਦੇ ਨਾਲ ਹੀ ਕਣਕ ਵੀ ਉਹਨਾਂ ਦੇ ਘਰ ਵਿੱਚ ਪਹੁੰਚ ਜਾਂਦੀ ਸੀ। ਪਾਕਿਸਤਾਨ ਬਣਨ ਸਮੇਂ ਲਗਭਗ 3 ਲੱਖ ਇੱਟ ਭੱਠੇ 'ਤੇ ਪਈ ਸੀ। ਸਫੈਦ ਪੋਸਾਂ ਨੇ ਉਹ ਸਾਰੀ ਇੱਟ ਪਥੇਰਿਆਂ ਵਿੱਚ ਵੰਡ ਦਿੱਤੀ। ਈਸਰ ਸਿੰਘ ਨੇ ਆਪਣਾ ਸਾਰਾ ਮਾਲ ਡੰਗਰ ਵੀ ਗਰੀਬਾਂ ਨੂੰ ਦਾਨ ਕਰ ਦਿੱਤਾ ਸੀ। ਆਪ ਉਹ ਸਮੇਂ ਦੀ ਬੁੱਕਲ ਮਾਰ ਕੇ ਚੜ੍ਹਦੇ ਪੰਜਾਬ ਦੀ ਧਰਤੀ 'ਤੇ ਕਿਧਰੇ ਗਵਾਚ ਗਏ। ਮੇਰੇ ਜਾਣ ਨਾਲ ਦੀਨ ਮੁਹੰਮਦ ਜਵਾਲਾ ਸਿੰਘ ਦੇ ਪਰਿਵਾਰ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਆ ਜਾਂਦੀ ਹੈ। ਉਹ ਮੇਰੀ ਸੂਰਤ 'ਚੋਂ ਆਪਣੇ ਗੁਆਚੇ ਹੋਏ ਪਰਿਵਾਰ ਦੀ ਭਾਲ ਕਰਦੇ ਰਹਿੰਦੇ ਹਨ। ਸਫੈਦ ਪੋਸ਼ਾਂ ਦੇ ਪਰਿਵਾਰ ਦਾ ਇੱਕ ਹਿੱਸਾ ਤਾਂ ਲੱਭ ਗਿਆ ਹੈ। ਮੈਂ ਉਮੀਦ ਕਰਦਾ ਹਾਂ ਕਿ ਈਸਰ ਸਿੰਘ ਅਤੇ ਵਰਿਆਮ ਸਿੰਘ ਹੋਰਾਂ ਦੇ ਪਰਿਵਾਰ ਵੀ ਜ਼ਰੂਰ ਮਿਲ ਜਾਣਗੇ। 5 ਬਾਣੀਆਂ, 5 ਨਮਾਜ਼ਾਂ, 5 ਦਰਿਆ ਤੇ ਪੰਜਾਬ। ਕੁਝ ਦਿਨ ਪਹਿਲਾਂ ਮੈਨੂੰ ਜਰਮਨੀ ਤੋਂ ਸੀਨੀਅਰ ਪੱਤਰਕਾਰ ਅਤੇ ਸਪੋਕਸਮੈਨ ਦੇ ਫਾਰਨ ਨੁਮਾਇੰਦੇ ਕਾਬਲ ਸਿੰਘ ਹੋਰਾਂ ਨੇ ਪੰਜਾਬ ਦਾ ਕਰਜ਼ ਮੋੜੋ ਪੰਜਾਬੀਓ ਛਪਣ 'ਤੇ ਮੁਬਾਰਕਬਾਦ ਦਿੰਦਿਆਂ ਫਰਮਾਇਆ ਕਿ ਦੁਨੀਆ ਵਿੱਚ ਇਸ ਸਮੇਂ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਭਗ 19 ਕਰੋੜ ਹੈ ਅਤੇ ਅੰਤਰਰਾਜੀ ਜ਼ਬਾਨਾਂ ਵਿੱਚ ਇਸ ਦਾ 13ਵਾਂ ਨੰਬਰ ਹੈ। ਉਹਨਾਂ ਦਾ ਫਰਮਾਨ ਮੇਰੇ ਸਿਰ ਮੱਥੇ 'ਤੇ, ਕਿਉਂਕਿ ਮੇਰੇ ਵਰਗੇ ਗਲੀਆਂ ਦੇ ਕੱਖ ਦੀ ਉਹਨਾਂ ਸਾਹਮਣੇ ਕੀ ਹੈਸੀਅਤ। ਮੇਰੀ ਕੀ ਮਜਾਲ ਕਿ ਮੈਂ ਉਹਨਾਂ ਸਾਹਮਣੇ ਕਲਮ ਚੁੱਕਾਂ ਜਾਂ ਜ਼ਬਾਨ ਖੋਲ੍ਹਾਂ। ਮੈਂ ਤੇ ਵੀਰ ਮਨਜੀਤ ਸਿੰਘ ਰਾਜਪੁਰਾ ਤੋਂ ਲੈ ਕੇ ਸਰਦਾਰ ਜੋਗਿੰਦਰ ਸਿੰਘ ਹੋਰਾਂ ਤੀਕ ਸਪੋਕਸਮੈਨ ਦੀ ਮੰਡਲੀ ਦਾ ਜਿੰਨਾ ਵੀ ਧੰਨਵਾਦ ਕਰਾਂ ਉਹ ਥੋੜ੍ਹਾ ਹੈ, ਕਿਉਂਕਿ ਉਹਨਾਂ ਨੇ ਗਲੀਆਂ ਦੇ ਕੱਖ ਨੂੰ ਆਪਣੇ ਮਹਿਲ ਦੀ ਜ਼ੀਨਤ ਬਣਾਇਆ ਹੈ। ਮੈਂ ਦੁਨੀਆ ਵਿੱਚ 19 ਕਰੋੜ ਵਾਰ ਵੀ ਜਨਮ ਲਵਾਂ ਤਾਂ ਇਹਨਾਂ ਦਾ ਅਹਿਸਾਨ ਨਹੀਂ ਚੁਕਾ ਸਕਦਾ। ਕਾਬਲ ਸਿੰਘ ਹੋਰੀ ਜਦੋਂ ਮੈਨੂੰ ਲੇਖਕ ਫੋਨ ਕਰਦੇ ਹਨ ਤਾਂ ਮੈਂ ਸਮਝਦਾ ਹਾਂ ਕਿ ਧਰਤੀ ਨੂੰ ਆਕਾਸ਼ ਮਿਲਣ ਆ ਰਿਹਾ ਹੈ, ਮਗਰ ਇਖਤਲਾਫੇ ਰਾਏ ਆਪਣੇ ਥਾਂ, ਕਿਉਂਕਿ ਇਖਤਲਾਫੇ ਰਾਏ ਦਾ ਜੇ ਗੱਲ ਕੁੱਟ ਦਈਏ ਤਾਂ ਇਲਮ ਦਾ ਦਾਇਰਾ ਸੁੰਗੜ ਕੇ ਰਹਿ ਜਾਂਦਾ ਹੈ। ਗੱਲ ਕਿਸੇ ਕੌਮ ਦੀ ਗਿਣਤੀ ਦੀ ਨਹੀਂ ਹੁੰਦੀ, ਉਹਨਾਂ ਦੀ ਭਾਸ਼ਾ ਨੂੰ ਨੰਬਰ ਗੇਮਜ਼ ਦੀ ਤਕੜੀ ਨਾਲ ਨਹੀਂ ਤੋਲਿਆ ਜਾਂਦਾ। ਦੁਨੀਆ ਦੇ ਸਕੇਲ 'ਤੇ ਉਸ ਕੌਮ ਦੀ ਹੈਸੀਅਤ ਵੇਖੀ ਜਾਂਦੀ ਹੈ, ਉਸ ਕੌਮ ਦਾ ਭਾਰ ਤੋਲ ਕੇ ਵੇਖਿਆ ਜਾਂਦਾ ਹੈ ਕਿ ਇਸ ਕੌਮ ਦੇ ਲੋਕ ਆਪਣੇ ਵਿਰਸੇ ਨਾਲ ਕਿੰਨਾ ਕੁ ਪਿਆਰ ਕਰਦੇ ਹਨ, ਇਹਨਾਂ ਵਿੱਚ ਬਰਦਾਸ਼ਤ ਦੀ ਕਿੰਨੀ ਕੁ ਸ਼ਕਤੀ ਹੈ। ਇਹ ਕਿਸੇ ਬੁਰੇ ਵੇਲੇ ਆਪਸ ਵਿੱਚ ਖਿੱਲਰ ਤਾਂ ਨਹੀਂ ਜਾਣਗੇ। ਇਹ ਸਾਰੀਆਂ ਚੀਜ਼ਾਂ ਪਰਖਣ ਤੋਂ ਬਾਅਦ ਉਹਨਾਂ ਦੀ ਗਿਣਤੀ ਦਾ ਨੰਬਰ ਆਉਂਦਾ ਹੈ। ਇਹੀਓ ਮੁੱਢਲਾ ਫਰਕ ਹੈ ਜਿਸ ਦਾ ਰੋਣਾ ਮੈਂ ਰੋਂਦਾ ਹਾਂ ਕਿ ਸਭ ਕੁਝ ਦੇ ਬਾਵਜੂਦ ਸਾਡੀ ਪੰਜਾਬੀਆਂ ਦੀ ਦੁਨੀਆ ਵਿੱਚ ਕੋਈ ਹੈਸੀਅਤ ਨਹੀਂ ਹੈ। ਮੁਸ਼ਕਲ ਘੜੀ ਵਿੱਚ ਅਸੀਂ ਸਾਬਤ ਕਦਮ ਨਾ ਰਹਿ ਸਕੇ। ਔਖਾ ਫੈਸਲਾ ਕਰਦੇ ਸਮੇਂ ਸਾਡੇ ਪੈਰ ਲੜਖੜਾ ਗਏ। ਸਾਡੀ ਹਾਲਤ ਉਸ ਸਿਤਾਰੇ ਵਾਂਗ ਹੋ ਗਈ ਜਿਹੜਾ ਆਪਣੇ ਮਰਕਜ਼ ਨੂੰ ਛੱਡ ਬਹਿੰਦਾ ਹੈ ਅਤੇ ਫਿਰ ਟੁਕੜੇ ਟੁਕੜੇ ਹੋ ਕੇ ਧਰਤੀ 'ਤੇ ਚੜ੍ਹ ਜਾਂਦਾ ਹੈ। ਮੈਨੂੰ ਖੁਸ਼ੀ 19 ਕਰੋੜ ਗਿਣਤੀ ਦੀ ਨਹੀਂ, ਨਾ ਹੀ 13ਵੇਂ ਨੰਬਰ 'ਤੇ ਕੋਈ ਮੁਸਰਤ ਹੈ। ਮੇਰਾ ਦੁੱਖ ਹੋਰ ਏ, ਮੇਰੀ ਸਮੱਸਿਆ ਹੋਰ ਏ, ਮੇਰਾ ਦਰਦ ਅਨੋਖਾ ਏ। ਮੈਨੂੰ ਗਮ ਇਸ ਗੱਲ ਦਾ ਏ ਕਿ ਅਸੀਂ ਦੁਨੀਆ ਵਿੱਚ 19 ਕਰੋੜ ਹੋਣ ਦੇ ਬਾਵਜੂਦ ਗੁਲਾਮਾਂ ਤੋਂ ਵੱਧ ਬਸਰ ਕਰ ਰਹੇ ਹਾਂ। ਉਸ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ, ਸਗੋਂ ਆਪਣੀ ਇਸ ਹਾਲਤ ਦੇ ਅਸੀਂ ਆਪ ਖਾਲਕ ਹਾਂ। ਆਪਣੀ ਬਰਬਾਦੀ ਅਸਾਂ ਆਪ ਖਰੀਦੀ ਹੈ। ਮੈਂ ਕਹਿੰਦਾ ਹੁੰਦਾ ਹਾਂ, ਜਦੋਂ ਤੁਹਾਡੇ 'ਤੇ ਕੋਈ ਇੱਕ ਉਂਗਲ ਰੱਖੇ ਉਸ ਦਾ ਪੂਰਾ ਹੱਥ ਭੁਆਂ ਕੇ ਮਾਰੋ ਤਾਂ ਕਿ ਦੂਜੀ ਉਂਗਲ ਰੱਖਣ ਲਈ ਉਸ ਦੀ ਜ਼ਰੂਰਤ ਨਾ ਪਵੇ। ਸਾਡੇ ਪੰਜਾਬੀਆਂ ਦੇ ਸਿਰਾਂ 'ਤੇ ਅਗਲਿਆਂ ਪੂਰਾ ਪੰਜਾ ਰੱਖ ਕੇ ਸਾਨੂੰ ਧਰਤੀ ਵਿੱਚ ਨਗੇਰ ਦਿੱਤਾ, ਪਰ ਸਾਡੇ ਵਿੱਚੋਂ ਕਿਸੇ ਨੇ ਉਫ ਤੱਕ ਨਾ ਕੀਤੀ।
ਬੰਗਾਲ ਦੀ ਵੰਡ ਸਮੇਂ ਇੱਕ ਤਬਕ ਦੇ ਸ਼ੋਰ ਮਚਾਉਣ ਨਾਲ ਅੰਗਰੇਜ਼ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ, ਪਰ ਅਸਾਂ ਪੰਜਾਬੀਆਂ ਨੇ ਤਾਂ ਆਪ ਹੀ ਛੁਰੀ ਕਸਾਈ ਹੱਥ ਫੜਾ ਦਿੱਤੀ ਕਿ ਜਿਵੇਂ ਮਰਜ਼ੀ ਕਰੋ, ਸਾਨੂੰ ਕੋਹ ਪਿਆ, ਅਸਾਂ ਨਾ ਨਹੀਂ ਕਰਨੀ। ਸਾਨੂੰ ਕੋਹ ਪਿਆ, ਸਾਨੂੰ ਭਾਵੇਂ ਕੋਹ ਲੈ, ਪਰ ਅਸਾਂ ਨਾ ਨਹੀਂ ਕਰਨੀ। ਸਾਡੇ ਨਾਲ ਜ਼ਮਾਨਾ ਕਿਆਮਤ ਦੀ ਚਾਲ ਚੱਲ ਗਿਆ, ਪਰ ਅਸੀਂ ਸੁੱਤੇ ਰਹੇ। ਸਾਡੇ ਲੀਡਰਾਂ ਨੇ ਸਾਡੇ ਸ਼ਹੀਦਾਂ ਦਾ ਲਹੂ ਪਾਣੀ ਤੋਂ ਵੀ ਸਸਤਾ ਕਰਕੇ ਵੇਚ ਲਿਆ। ਜੇ ਮੈਂ ਭੋਲੀਆਂ ਮੱਝਾਂ ਦਾ ਦੁੱਧ ਪੀਣ ਵਾਲੇ ਭੋਲੇ ਪੰਜਾਬੀ ਲਿਖਦਾ ਹਾਂ ਤਾਂ ਬਹੁਤ ਸਾਰੇ ਪੰਜਾਬੀ ਉਸ ਦਾ ਗੁੱਸਾ ਕਰਦੇ ਹਨ। ਜੇ ਮੈਂ ਕਹਿੰਦਾ ਹਾਂ ਕਿ ਇਹ ਧਰਤੀ ਵਾਹਿਗੁਰੂ ਨੇ ਤੁਹਾਨੂੰ ਇਨਾਮ 'ਚ ਦਿੱਤੀ ਹੈ ਤਾਂ ਕਈ ਮਿੱਤਰਾਂ ਨੂੰ ਗੱਲ ਸਮਝ ਨਹੀਂ ਆਉਂਦੀ। ਆਓ ਅੱਜ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਸ ਧਰਤੀ ਦੀ ਅਤੇ ਇਨਸਾਨ ਦੀ ਆਪਸ ਵਿੱਚ ਕਿੰਨੀ ਬਰਾਬਰੀ ਹੈ। ਹਜ਼ਰਤ ਸੁਲਤਾਨ ਬਾਹੂ ਹੋਰਾਂ ਦੇ ਇੱਕ ਸ਼ੇਅਰ ਤੋਂ ਸ਼ੁਰੂ ਕਰਦਾ ਹਾਂ। ਪੰਜੇ ਮਹਿਲ ਪੰਜਾਂ ਵਿੱਚ ਚਾਨਣ ਦੀਵਾ, ਕਿਤ ਵੱਲ ਧਰੀਏ ਹੂ। ਪੰਜੇ ਪੀਰ ਪੰਜੇ ਪਟਵਾਰੀ, ਮਾਲੀਆਂ ਕਿਤ ਵੱਲ ਭਰੀਏ ਹੂ। ਪੰਜੇ ਇਮਾਮ ਤੇ ਪੰਜੇ ਕਿਬਲੇ, ਸਜਦਾ ਇੱਕ ਵੱਲ ਕਰੀਏ ਹੂ। ਜੇ ਸਾਹਿਬ ਸਿਰ ਮੰਗੇ ਬਾਹੂ, ਹਰਗਿਜ਼ ਢਿੱਲ ਨਾ ਕਰੀਏ ਹੂ। ਮੈਂ ਆਪਣੇ ਅੱਖਰਾਂ ਵਿੱਚ ਇਸ ਸ਼ੇਰ ਨੂੰ ਕੁਝ ਇੱਦਾਂ ਬਿਆਨ ਕਰਦਾ ਹਾਂ। ਪੰਜ ਦਰਿਆ ਪੰਜੇ ਦੁੱਧ ਦੀਆਂ ਨਹਿਰਾਂ ਹੂ। ਪੰਜ ਕਰੇ ਪੰਜ ਰੁਕਣ ਇਸਾਮੀ ਵਾਂਗੂ ਲਹਿਰਾਂ ਹੂ। ਪੰਜ ਬਾਣੀਆਂ ਪੰਜ ਨਮਾਜ਼ਾਂ ਅੱਠੇ ਪਹਿਰਾਂ ਹੂ। ਅੱਠੇ ਪਹਿਰ ਅਫਤਾਬ ਮੰਗ ਪੰਜਾਬ ਦੀਆਂ ਖੈਰਾਂ ਹੂ। ਪੰਜਾਬ ਦੀ ਧਰਤੀ ਦੇ ਵਗਣ ਵਾਲਿਆਂ ਪੰਜਾਂ ਦਰਿਆਵਾਂ ਦਾ ਨਾਤਾ ਇਨਸਾਨੀ ਵਜੂਦ ਨਾਲ ਕਈ ਤਰੀਕਿਆਂ ਨਾਲ ਜੁੜਿਆ ਹੈ। ਇਸ ਫਲਸਫੇ ਨੂੰ ਸਮਝਣ ਤੇ ਸਮਝਾਉਣ ਲਈ ਮੈਨੂੰ ਬੜੀ ਗਹਿਰਾਈ ਵਿੱਚ ਜਾਣਾ ਪਿਆ ਹੈ, ਤਾਂ ਜਾ ਕੇ ਕਿਤੇ ਮੈਨੂੰ ਥੋੜ੍ਹੀ ਬਹੁਤ ਸਮਝ ਆਈ ਹੈ ਕਿ ਮੈਨੂੰ ਲਫ਼ਜ਼ ਪੰਜਾਬ ਨਾਲ ਇੰਨੀ ਮੁਹੱਬਤ ਕਿਉਂ ਹੈ। ਸਭ ਤੋਂ ਪਹਿਲਾਂ ਮੈਂ ਲਫ਼ਜ਼ ਇਨਸਾਨ 'ਤੇ ਬਹਿਸ ਕਰਦਾ ਹਾਂ। ਇਨਸਾਨ ਅਰਬੀ ਭਾਸ਼ਾ ਦਾ ਲਫ਼ਜ਼ ਹੈ। ਇਹ ਪੰਜਾਂ ਹਰਫਾਂ ਦਾ ਮਰਕੱਥ ਹੈ। ਪੰਜਾਂ ਹਰਫਾਂ ਦਾ ਜੋੜ ਜਾਂ ਸੰਗਮ ਹੈ। ਅਲਿਫ ਨੂਨੂ ਸੀਨ ਅਲਿਫ ਨੂਨ। ਇਸ ਦਾ ਮਾਦਾ ਮਦਰ ਆਫ ਵਰਲਡ ਨਿਸੀਆ ਹੈ, ਜਿਸ ਦਾ ਅਰਥ ਹੈ ਭੁੱਲ ਨਿਮੀਆ ਵੀ ਪੰਜਾਂ ਹਰਫਾਂ ਦਾ ਸੰਗਮ। ਨੂਨ ਸੀਨ ਯੇ ਅਲਿਫ ਨੂਨ ਗੁੰਨਾ। ਇਸ ਲਿਹਾਜ਼ ਨਾਲ ਇਨਸਾਨ ਦਾ ਮਤਲਬ ਹੋਇਆ ਭੁੱਲ ਜਾਣ ਵਾਲਾ। ਇਨਸਾਨ ਦਾ ਵਜੂਦ ਵੀ ਪੰਜਾਂ ਅਨਸਰਾਂ 5 ਐਲੀਮੈਂਟਸ ਦਾ ਮੁਜੱਸਮਾ ਹੈ। ਅੱਗੇ ਅੱਗ, ਪਾਣੀ, ਹਵਾ, ਮਿੱਟੀ ਅਤੇ ਰੂਹ ਆਤਮਾ। ਇਹਨਾਂ ਪੰਜਾਂ ਦੀ ਇਨਸਾਨੀ ਵਜੂਦ ਵਿੱਚ ਬੜੀ ਅਹਿਮੀਅਤ ਹੈ। ਇਸੇ ਤਰ੍ਹਾਂ ਵਾਹਿਗੁਰੂ ਨੇ ਇਨਸਾਨ ਨੂੰ 5 ਹਿੱਸਾ ਪੈਦਾ ਕੀਤੀਆਂ ਹਨ। ਇਹਨਾਂ ਨੂੰ ਹਵਾਸੇ ਖਮਸ਼ਾ ਜਾਂ 5 ਸੈਂਸਟੀਵਿਟੀਜ਼ ਕਹਿੰਦੇ ਹਨ। ਨੰਬਰ 1 ਛੂਹਣ ਦੀ ਹਿੱਸ। ਨੰਬਰ 2 ਵੇਖਣ ਦੀ ਹਿੱਸ। ਨੰਬਰ 3 ਸੁਣਨ ਦੀ ਹਿੱਸ। ਨੰਬਰ 4 ਚੱਖਣ ਦੀ ਹਿੱਸ। ਨੰਬਰ 5 ਸੁੰਘਣ ਦੀ ਹਿੱਸ। ਇਹ ਉਹ 5 ਇਲਮ ਜ਼ਰੀਏ ਨੇ ਜਿਨ੍ਹਾਂ ਦੀ ਇਨਸਾਨ ਵਰਤੋਂ ਕਰਕੇ ਆਪਣੇ ਇਰਦ ਗਿਰਦ ਅਤੇ ਮਾਹੌਲ ਨਾਲ ਆਪਣੀ ਸੂਝ-ਬੂਝ, ਸਮਝ ਅਤੇ ਅਕਲ ਨਾਲ ਸੰਬੰਧ ਕਾਇਮ ਕਰਦਾ ਹੈ। ਪਰ ਇਹ ਹਵਾਸ ਸਿਰਫ ਜ਼ਾਹਿਰੀ ਦੁਨੀਆ, ਫਿਜ਼ੀਕਲ ਵਰਲਡ ਦੀਆਂ ਹਕੀਕਤਾਂ ਅਤੇ ਲਚਾਈਆਂ ਜਾਣਨ ਤੱਕ ਹੀ ਮਹਦੂਦ ਹਨ। ਇਹ ਹਵਾਸ ਇਨਸਾਨੀ ਜ਼ਿਹਨ ਨੂੰ ਸਿਰਫ ਖਾਸ ਆਰਾਮਾਂ ਮਵਾਦ ਪਹੁੰਚਾਉਣ ਅਤੇ ਮਾਮੂਰ ਹਨ। ਛੂਹਣ ਦੀ ਤਾਕਤ ਕਿਸੇ ਸ਼ੈ ਨੂੰ ਛੂਹ ਕੇ ਸਿਰਫ ਇਹ ਪਤਾ ਕਰਦੀ ਹੈ ਕਿ ਉਹ ਚੀਜ਼ ਨਰਮ ਹੈ, ਸਖਤ ਹੈ ਜਾਂ ਖੁਰਦਰੀ। ਇਸੇ ਤਰ੍ਹਾਂ ਜਿਹੜੀ ਚੀਜ਼ ਨੂੰ ਛੂਹਿਆ ਨਾ ਜਾ ਸਕੇ ਉੱਥੇ ਅੱਖਾਂ ਕੰਮ ਕਰਦੀਆਂ ਹਨ। ਆਵਾਜ਼ ਨੂੰ ਸੁਣਨ ਲਈ ਸੁਣਨ ਦੀ ਤਾਕਤ ਕੰਮ ਕਰਦੀ ਹੈ। ਖੁਸ਼ਬੂ ਜਾਂ ਬੋ ਲਈ ਸੁੰਘਣ ਵਾਲੀ ਹਿੱਸ ਹਰਕਤ ਵਿੱਚ ਆਉਂਦੀ ਹੈ ਅਤੇ ਕਿਸੇ ਚੀਜ਼ ਦੀ ਮਿਠਾਸ ਜਾਂ ਕੌੜੇਪਣ ਦਾ ਪਤਾ ਕਰਨ ਲਈ ਚੱਬਣ ਦੀ ਹਿੱਸ ਆਪਣਾ ਫਰਜ਼ ਪੂਰਾ ਕਰਦੀ ਹੈ। ਇੱਕ ਗੱਲ ਯਾਦ ਰਹੇ ਕਿ ਇਹਨਾਂ ਵਿੱਚੋਂ ਕੋਈ ਵੀ ਹਿੱਸ ਇੱਕ ਦੂਜੀ ਦਾ ਬਦਲ ਨਹੀਂ ਹੋ ਸਕਦੀ। ਇਹਨਾਂ ਪੰਜਾਂ ਹਿੱਸਾਂ ਵਿੱਚ ਕੋਈ ਇੱਕ ਹਿੱਸ ਵੀ ਘੱਟ ਹੋਵੇ ਤਾਂ ਇਨਸਾਨ ਨਾਮੁਕੰਮਲ ਹੈ। ਜਿਸ ਤਰ੍ਹਾਂ ਵਾਹਿਗੁਰੂ ਨੇ ਇਨਸਾਨ ਨੂੰ ਜ਼ਾਹਰਾ ਤੌਰ 'ਤੇ ਪੰਜਾਂ ਹਿੱਸਾਂ ਦਿੱਤੀਆਂ ਹਨ, ਇੱਦਾਂ ਹੀ ਪ੍ਰਮਾਤਮਾ ਨੂੰ ਪੁੱਜਦੇ ਹਨ
ਜਿਹਨੂੰ ਇਲਮ ਆਖਿਆ ਜਾਂਦਾ ਹੈ। ਇੱਕ ਮੁਕਾਮ ਤੇ ਪੁੱਜ ਕੇ ਸੂਝ-ਬੂਝ, ਅਕਲ, ਬੁੱਧ ਇਲਮ 'ਚ ਬਦਲ ਜਾਂਦੇ ਹਨ। ਜੇ ਇੱਥੇ ਸਾਂਝੀ ਹਿੱਸ ਮੌਜੂਦ ਨਾ ਹੋਵੇ ਤਾਂ ਇਹ ਪੰਜੇ ਹਿੱਸਾਂ ਬੇਵੱਸ ਹੋ ਕੇ ਰਹਿ ਜਾਣ। ਆਵਾਜ਼ ਤਾਂ ਸੁਣਾਈ ਹੋਵੇ ਪਰ ਇਸ ਦਾ ਅਰਥ ਸਮਝ 'ਚ ਨਾ ਆ ਸਕੇ। ਸ਼ੈ ਨੂੰ ਛੂਹਿਆ ਨਾ ਜਾ ਸਕੇ ਪਰ ਨਰਮ ਅਤੇ ਸਖਤ ਦੀ ਤਮੀਜ਼ ਨਾ ਹੋ ਸਕੇ। ਇੱਦਾਂ ਹੀ ਵਾਹਿਗੁਰੂ ਨੇ ਇਨਸਾਨ ਲਈ ਹਦਾਇਤਾਂ ਦੇ 5 ਜ਼ਰੀਏ ਰੱਖੇ ਹਨ। ਵਾਹਿਗੁਰੂ ਨੇ ਇਨਸਾਨ ਨੂੰ ਧਰਤੀ 'ਤੇ ਆਪਣਾ ਨਾਇਬ ਬਣਾ ਕੇ ਭੇਜਿਆ ਹੈ। ਫਿਰ ਕਿੱਦਾਂ ਹੋ ਸਕਦਾ ਹੈ ਕਿ ਵਾਹਿਗੁਰੂ ਇਨਸਾਨ ਨੂੰ ਬੇਯਾਰੋ ਮਦਦਗਾਰ ਛੱਡ ਦਿੰਦਾ ਅਤੇ ਉਸ ਦਾ ਅਜੀਜ਼ ਸ਼ਾਹੀਕਾਰ ਹਨੇਰਿਆਂ 'ਚ ਠੋਕਰਾਂ ਖਾਂਦਾ ਫਿਰਦਾ। ਉਸ ਨੇ ਇਨਸਾਨ ਨੂੰ ਤਖਲੀਕ ਕ੍ਰੀਏਸ਼ਨ ਤੋਂ ਲੈ ਕੇ ਤਸਮੀਆਂ ਅਰੇਂਜਮੈਂਟ ਇਨਸਾਨ ਦੇ ਹਰ ਇੱਕ ਅਜਾ ਅੰਗ ਨੂੰ ਠੀਕ ਠੀਕ ਤੇ ਖੂਬਸੂਰਤ ਸੁੰਦਰ ਅਤੇ ਫਿਰ ਉਹਨਾਂ ਅੰਗਾਂ ਦੀ ਐਡਜਸਟਮੈਂਟ ਫਿਟਿੰਗ ਠੀਕ ਜਗ੍ਹਾ ਤੇ ਕਰਨ ਤੱਕ ਅਤੇ ਫਿਰ ਨਾਲ ਤਕਦੀਰ ਐਸਟੀਮੇਸ਼ਨ ਅੰਦਾਜ਼ੇ ਨੂੰ ਬਣਾਇਆ। ਇਸ ਨਾਲ ਸੋਹਣੇ ਰੱਬ ਨੇ ਹਦਾਇਤ ਨਾਲ ਨਿਵਾਜਿਆ। ਇਹ ਵੱਖਰੀ ਗੱਲ ਹੈ ਕਿ ਇਨਸਾਨ ਦੁਨੀਆ ਵਿੱਚ ਆ ਕੇ ਖੁਦਗਰਜ਼ ਅਤੇ ਮਤਲਬੀ ਬਣ ਬੈਠਾ ਹੈ। ਵਾਹਿਗੁਰੂ ਨੇ ਇਨਸਾਨ ਨੂੰ 5 ਤਰੀਕਿਆਂ ਨਾਲ ਹਦਾਇਤ ਦਿੱਤੀ ਹੈ। ਨੰਬਰ 1 ਹਦਾਇਤ ਫਿਤਰੀ ਨੇਚਰਲ ਗਾਈਡਨੈਸ। ਨੰਬਰ 2 ਹਦਾਇਤ ਹਿੱਸੀ। ਨੰਬਰ 3 ਹਦਾਇਤ ਅਕਲੀ। ਨੰਬਰ 4 ਹਦਾਇਤ ਦਿਲੀ। ਨੰਬਰ 5 ਹਦਾਇਤ ਰਥਾਣੀ। ਇਹਨਾਂ 5 ਦਾ ਵੇਰਵਾ ਵਜਾਹਤ ਐਕਸਪਲੇਨ ਜਾਂ ਤਸ਼ਰੀਹ ਡੈਫੀਨੇਸ਼ਨ ਫਿਰ ਕਦੀ। ਇਸ ਲੇਖ ਵਿੱਚ ਇਨਸਾਨੀ ਬਣਾਵਟ ਤੇ ਪੰਜਾਬ ਦੀ ਧਰਤੀ ਦੇ ਅਣਸਰ ਜੁਜ਼ ਜਾਂ ਐਲੀਮੈਂਟਸ ਦਾ ਮਵਾਜਨਾ ਕੰਦਰਇਜ਼ਮ ਕਰਨਾ ਹੈ। ਇਹਨਾਂ ਦੇ ਆਪਸੀ ਰਿਸ਼ਤੇ ਨੂੰ ਜ਼ਾਹਰ ਕਰਨਾ ਹੈ। ਉਹਨਾਂ ਪਰਦਿਆਂ ਦਾ ਹਟਾਉਣਾ ਹੈ ਜਿਹੜੇ ਸਦੀਆਂ ਤੋਂ ਇਸ ਤਾਲੁਕ ਨੂੰ ਲੁਕਾਈ ਬੈਠੇ ਹਨ ਅਤੇ ਪੰਜਾਬੀਆਂ ਨੂੰ ਝੰਜੋੜਨਾ ਹੈ ਤਾਂ ਕਿ ਉਹ ਆਪਣੀ ਅਹਿਮੀਅਤ, ਆਪਣੇ ਮਰਤਬੇ, ਆਪਣੇ ਮਕਾਮ, ਆਪਣੇ ਸਟੇਟਸ ਤੋਂ ਵਾਕਫ ਹੋ ਜਾਣ। ਜਿਵੇਂ ਕਿ ਮੈਂ ਇੱਕ ਕਤਿਆ ਯਾਨੀ ਇੱਕ ਵਾਰ ਸੁਲਤਾਨ ਬਾਹੂ ਹੋਰਾਂ ਦਾ ਆਪਣਾ ਲੇਖ 'ਚ ਨਕਲ ਕੀਤਾ ਹੈ ਅਤੇ ਇਹ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਨਸਾਨ ਅਤੇ ਪੰਜਾਬ ਦੇ ਐਲੀਮੈਂਟਸ ਕਿਸ ਹੱਦ ਤੱਕ ਇੱਕ ਦੂਜੇ ਨਾਲ ਮਿਲਦੇ ਹਨ। ਲਫ਼ਜ਼ ਇਨਸਾਨ 5 ਅੱਖਰਾਂ ਦਾ ਸੰਗਮ, ਇਸ ਦਾ ਮਾਦਾ ਨਿਸੀਆ 5 ਅੱਖਰਾਂ ਦਾ ਮਿਲਾਪ। ਇਨਸਾਨ ਦਾ ਵਜੂਦ 5 ਚੀਜ਼ਾਂ ਨਾਲ ਤਖਲੀਕ ਕ੍ਰੀਏਟ ਕੀਤਾ ਗਿਆ। ਇਨਸਾਨ ਨੂੰ ਜ਼ਾਹਰੀ ਤੌਰ 'ਤੇ 5 ਹਿੱਸਿਆਂ ਨਾਲ ਨਿਵਾਜਿਆ ਗਿਆ। ਇਸ ਨੂੰ ਬਾਤਨੀ ਗੁੱਝੇ ਤੌਰ 'ਤੇ 5 ਹਿੱਸਾਂ ਦਿੱਤੀਆਂ ਗਈਆਂ ਅਤੇ 5 ਤਰੀਕਿਆਂ ਨਾਲ ਇਨਸਾਨ ਨੂੰ ਹਦਾਇਤ ਤੋਂ ਨਿਵਾਜਿਆ ਗਿਆ। ਜਿੱਦਾਂ ਇਨਸਾਨ ਦੂਜੀਆਂ ਸਾਰੀਆਂ ਮਖਲੂਕਾਂ ਤੋਂ ਬਿਹਤਰ ਅਤੇ ਅਸ਼ਰਫ ਹੈ, ਇੱਦਾਂ ਹੀ 5 ਦਰਿਆਵਾਂ ਦੀ ਧਰਤੀ ਪੰਜਾਬ ਸਾਰੀ ਧਰਤੀ ਤੋਂ ਬਿਹਤਰ ਹੈ। ਇਸ ਦੇ ਸੀਨੇ 'ਤੇ ਵਸਣ ਵਾਲੇ ਲੋਕ ਸਾਰੇ ਜੱਗ ਤੋਂ ਵੱਖਰੇ ਨਜ਼ਰ ਆਉਂਦੇ ਹਨ। ਇਸ ਧਰਤੀ 'ਤੇ ਬੋਲੀ ਜਾਣ ਵਾਲੀ ਜ਼ੁਬਾਨ ਸਾਰੇ ਸੰਸਾਰ ਨਾਲੋਂ ਨਿਰਾਲੀ ਹੈ। ਇਸ ਧਰਤੀ ਦੀ ਅਹਿਮੀਅਤ, ਹੈਸੀਅਤ ਅਤੇ ਮਿਆਰ ਜੁਗਰਾਫੀ ਲਿਹਾਜ਼ ਨਾਲ ਸਾਰੇ ਜਹਾਨ ਨਾਲੋਂ ਮੁਮਤਾਜ਼ ਅਤੇ ਉੱਚਾ ਹੈ। ਮੈਂ ਸਮਝਦਾ ਹਾਂ ਕਿ ਇਸ ਧਰਤੀ 'ਤੇ ਵਸਣ ਵਾਲੇ ਇਨਸਾਨ ਫਿਤਰਤ ਦੀ ਤਕੜੀ 'ਤੇ ਪੂਰੇ ਅਤੇ ਬਾਕੀ ਸਭ ਅਧੂਰੇ ਹਨ। ਤੁਹਾਨੂੰ ਮੇਰੀ ਇਹ ਗੱਲ ਉਦੋਂ ਸਮਝ ਆਵੇਗੀ ਜਦੋਂ ਅਸੀਂ ਪੰਜਾਬੀ ਬਣ ਕੇ ਸੋਚਾਂਗੇ, ਪੰਜਾਬੀ ਬਣ ਕੇ ਬੋਲਾਂਗੇ, ਪੰਜਾਬੀ ਬਣ ਕੇ ਬੈਠਾਂਗੇ, ਪੰਜਾਬੀ ਬਣ ਕੇ ਚੱਲਾਂਗੇ, ਪੰਜਾਬੀ ਬਣ ਕੇ ਖਾਵਾਂ ਪੀਵਾਂਗੇ, ਪੰਜਾਬ ਦੀਆਂ ਰਸਮਾਂ ਰੀਤਾਂ ਨੂੰ ਗਲ ਨਾਲ ਲਾਵਾਂਗੇ, ਪੰਜਾਬੀ ਬਣ ਕੇ ਸਵਾਂਗੇ, ਪੰਜਾਬੀ ਬਣ ਕੇ ਉੱਠਾਂਗੇ, ਪੰਜਾਬੀ ਪਾਵਾਂਗੇ, ਪੰਜਾਬੀ ਹੰਢਾਵਾਂਗੇ ਅਤੇ ਪੰਜਾਬੀ ਨੂੰ ਆਪਣਾ ਉੜਨਾ ਵਿਛਾਉਣਾ ਬਣਾਵਾਂਗੇ, ਪੰਜਾਬੀ ਨੂੰ ਆਪਣਾ ਓੜਨਾ ਵਿਛਾਉਣਾ ਬਣਾਵਾਂਗੇ। ਇਹਦੇ ਲਈ ਸਾਨੂੰ ਆਪਣੇ ਜ਼ਿਹਨ ਨੂੰ ਜਾਤ ਬਰਾਦਰੀ, ਹਸਦ, ਬੁਗਜ਼, ਕੀਨਾ, ਕਦੂਰਤ, ਤਵਾਸੁਤ, ਦੁਸ਼ਮਣੀ, ਅਦਾਵਤ ਦੀ ਲਾਹਨਤ ਤੋਂ ਪਾਕ ਕਰਨਾ ਪਵੇਗਾ। ਮੱਝ ਥਾਂ ਧਰਮ ਦੀ ਕੈਦ 'ਚੋਂ ਬਾਹਰ ਨਿਕਲਣਾ ਪਏਗਾ। ਭਾਈਚਾਰੇ ਅਤੇ ਸੱਭਿਆਚਾਰ ਦੀ ਫਿਜ਼ਾ ਕਾਇਮ ਕਰਨੀ ਪਏਗੀ। ਭੌਰ ਤੇ ਗੋਧਾ ਮਿੱਤਰ ਬਣ ਗਏ। ਇੱਕ ਦਿਨ ਗੋਧਾ ਭੌਰ ਨੂੰ ਆਖਣ ਲੱਗਾ, ਯਾਰ ਤੂੰ ਕਿਸੇ ਦਿਨ ਮੇਰੇ ਘਰ ਆ, ਮੈਂ ਤੈਨੂੰ ਆਪਣੇ ਘਰ ਦੀ ਸੈਰ ਕਰਾਉਣੀ ਚਾਹੁੰਦਾ ਹਾਂ। ਭੌਰ ਬੜੇ ਚਾਅ ਨਾਲ ਬਣ ਫੱਬ ਕੇ ਗੋਧੇ ਦੇ ਘਰ ਪਹੁੰਚ ਗਿਆ। ਜਾ ਕੇ ਹਾਕ ਮਾਰੀ, ਭਾਈ ਗੋਧਿਆ। ਉਹ ਭਾਈ ਗੋਧਾ। ਅੱਗੋਂ ਗੋਧਾ ਪਾਥੀ ਥੱਲੇ ਵੜਿਆ ਬੈਠਾ ਸੀ। ਗੋਧੇ ਨੇ ਆਖਿਆ, ਆ ਲੰਘ ਆ ਅੰਦਰ। ਭੌਰੇ ਨੇ ਪੁੱਛਿਆ, ਮਿੱਤਰਾ ਤੂੰ ਬੋਲ ਕਿੱਥੋਂ ਰਿਹਾ?
ਗੋਧੇ ਨੇ ਆਖਿਆ, ਇਹ ਸਾਹਮਣੇ ਪਾਥੀ ਥੱਲਿਓਂ ਇਹੀ ਮੇਰਾ ਘਰ ਹੈ। ਭੌਰ ਨੇ ਆਖਿਆ, ਛੱਡ ਯਾਰ, ਇਹ ਵੀ ਕੋਈ ਘਰ ਹੈ? ਤੂੰ ਕਿਸੇ ਦਿਨ ਮੇਰੇ ਘਰ ਆ, ਤੈਨੂੰ ਪਤਾ ਲੱਗੇ ਕਿ ਕਿਸ ਨੂੰ ਘਰ ਕਹਿੰਦੇ ਨੇ। ਕੁਝ ਦਿਨ ਗੁਜ਼ਰਨ ਤੇ ਗੋਧੇ ਨੂੰ ਯਾਦ ਆਇਆ ਕਿ ਸੱਜਣ ਘਰ ਆਉਣ ਦਾ ਸੱਦਾ ਦੇ ਗਿਆ ਸੀ। ਚਲੋ ਉਹਨੂੰ ਮਿਲਣ ਦੇ ਬਹਾਨੇ ਉਹਦਾ ਘਰ ਵੀ ਵੇਖ ਆਵਾਂਗਾ। ਗੋਧਾ ਤਿਆਰ ਹੋ ਕੇ ਭੌਰ ਦੇ ਘਰ ਪੁੱਜਾ। ਸੱਜਣ ਘਰ ਆਇਆ ਵੇਖ ਭੌਰ ਨੂੰ ਚਾਅ ਚੜ੍ਹ ਗਿਆ। ਕਈਆਂ ਦੇ ਘਰ ਸੱਜਣ ਚਲੇ ਜਾਣ ਤਾਂ ਉਹਨਾਂ ਦੇ ਸਿਰਾਂ 'ਚ ਪਾਣੀ ਪੈ ਜਾਂਦਾ ਹੈ ਅਤੇ ਅਜਿਹੇ ਲੋਕ ਮਿੱਤਰਾਂ ਦੀ ਲਾਹ ਪਾ ਕਰਕੇ ਉਹਨਾਂ ਨੂੰ ਘਰੋਂ ਵੀ ਕੱਢ ਦਿੰਦੇ ਹਨ। ਭੌਰ ਗੋਧੇ ਨੂੰ ਇੱਕ ਫੁੱਲ ਤੋਂ ਦੂਜੇ ਫੁੱਲ ਦੀ ਸੈਰ ਕਰਵਾਉਂਦਿਆਂ ਪੁੱਛਦਾ ਹੈ ਕਿ ਸੁਣਾ, ਸਵਾਦ ਆਇਆ ਗੱਲ ਕਰਨ ਦਾ? ਗੋਧਾ ਅੱਗੋਂ ਕਹਿੰਦਾ, ਮੈਨੂੰ ਤਾਂ ਆਪਣੇ ਘਰ ਅਤੇ ਤੇਰੇ ਘਰ 'ਚ ਕੋਈ ਖਾਸ ਫਰਕ ਨਜ਼ਰ ਨਹੀਂ ਆਇਆ। ਭੌਰ ਨੇ ਪੁੱਛਿਆ, ਕੀ ਤੈਨੂੰ ਖੁਸ਼ਬੂ ਨਹੀਂ ਆਉਂਦੀ? ਗੋਧੇ ਨੇ ਆਖਿਆ, ਨਹੀਂ। ਗੋਧਾ ਵਿਚਾਰਾ ਪਾਥੀਆਂ ਅਤੇ ਰੂੜੀਆਂ ਦਾ ਵਾਸੀ ਸੀ। ਉਸ ਦੀਆਂ ਨਾਸਾਂ 'ਚ ਅੱਧਾ ਕਿਲੋ ਗੋਬਰ ਫਸਿਆ ਸੀ। ਉਸ ਨੂੰ ਖੁਸ਼ਬੂ ਕਿੱਥੋਂ ਆਉਣੀ ਸੀ? ਭੌਰ ਨੇ ਆਪਣੀ ਲੱਤ ਨਾਲ ਉਸ ਦੀਆਂ ਨਾਸਾਂ 'ਚੋਂ ਗੰਦ ਕੱਢ ਕੇ ਉਹਨਾਂ ਨੂੰ ਸਾਫ਼ ਕਰਕੇ ਪੁੱਛਿਆ, ਹੁਣ ਸੁਣਾ, ਖੁਸ਼ਬੂ ਆਉਂਦੀ ਹੈ ਕਿ ਨਹੀਂ? ਗੋਧੇ ਨੇ ਆਖਿਆ, ਹੁਣ ਆਉਂਦੀ ਹੈ। ਸਾਨੂੰ ਵੀ ਆਪਣੀ ਮਾਂ ਬੋਲੀ ਦੀ ਮਹਿਕ ਉਦੋਂ ਹੀ ਆਵੇਗੀ ਜਦੋਂ ਅਸੀਂ ਦੂਜੀਆਂ ਬੋਲੀਆਂ ਦਾ ਗੰਦ ਆਪਣੇ ਦਿਲ ਤੇ ਦਿਮਾਗ 'ਚੋਂ ਕੱਢ ਦਿਆਂਗੇ। ਅਸੀਂ 19 ਕਰੋੜ ਪੰਜਾਬੀ ਉਦੋਂ ਆਪਣਾ ਲੋਹਾ ਮਨਵਾ ਸਕਦੇ ਹਾਂ ਜਦੋਂ ਅਸੀਂ ਇਕੱਠੇ ਹੋਵਾਂਗੇ। ਹੋਮਿਓਪੈਥੀ ਕਹਿੰਦੀ ਹੈ, ਹੋਮਿਓਪੈਥੀ ਕਰੋ ਨਹੀਂ, ਹੋਮਿਓਪੈਥੀ ਜੀਓ। ਇਸੇ ਤਰ੍ਹਾਂ ਪੰਜਾਬ ਸਾਡੇ ਨਾਲ ਤਕਾਜ਼ਾ ਕਰਦਾ ਹੈ ਕਿ ਪੰਜਾਬੀਅਤ ਕਰੋ ਨਹੀਂ, ਪੰਜਾਬੀਅਤ ਜੀਓ। ਜਦੋਂ ਅਸੀਂ ਪੰਜਾਬੀਅਤ ਜੀਵਾਂਗੇ ਫਿਰ ਦੁਨੀਆ ਦੇ ਪਲੇਟਫਾਰਮ 'ਤੇ ਸਾਡਾ ਇੱਕ ਮੁਕਾਮ ਹੋਵੇਗਾ। ਦੁਨੀਆ ਦੀ ਭੀੜ 'ਚ ਸਾਡਾ ਇੱਕ ਪਛਾਣ, ਇੱਕ ਸ਼ਨਾਖਤ ਹੋਵੇਗੀ। ਰੇਤ ਦੇ ਘਰੌਂਦੇ ਜਿੰਨੇ ਵੀ ਉੱਚੇ ਬਣਾ ਲਈਏ ਉਹ ਹਵਾ ਦੇ ਇੱਕ ਬੁੱਲੇ ਨਾਲ ਬਿਖਰ ਜਾਂਦੇ ਹਨ, ਕਿਉਂਕਿ ਰੇਤ ਦਾ ਅਜਜ਼ਾ ਇੱਕ ਦੂਜੇ ਨਾਲ ਪਕੜ ਨਹੀਂ ਕਰਦੇ। ਮਾੜੀ ਜਿਹੀ ਠੋਕਰ ਲੱਗੇ ਤਾਂ ਉਹ ਇੱਕ ਦੂਜੇ ਦਾ ਸਾਥ ਛੱਡ ਦਿੰਦੇ ਹਨ, ਪਰ ਉਸੇ ਰੇਤ ਵਿੱਚ ਜਦੋਂ ਸੀਮਟ ਮਿਲਾ ਦਈਏ ਤਾਂ ਉਸ ਨਾਲ ਉਸਰਨ ਵਾਲੀਆਂ ਇਮਾਰਤਾਂ ਵੱਡੇ ਵੱਡੇ ਤੂਫਾਨਾਂ ਦਾ ਮੂੰਹ ਮੋੜ ਦਿੰਦੀਆਂ ਹਨ। ਸਾਨੂੰ ਵੀ ਇਸ ਬੇਵਸਾਈ ਦੀ ਰੇਤ ਵਿੱਚ ਭਰੋਸੇ, ਸੱਭਿਆਚਾਰ ਅਤੇ ਭਾਈਚਾਰੇ, ਪਿਆਰ ਅਤੇ ਅਖਲਾਕ ਦਾ ਸੀਮਟ ਮਿਲਾਉਣਾ ਪੈ ਗਿਆ ਤਾਂ ਕਿ ਪੰਜਾਬੀਅਤ ਅਤੇ ਪੰਜਾਬੀਆਂ ਦੀ ਕੌਮ ਦੀ ਇਮਾਰਤ ਮਜ਼ਬੂਤੀ ਫੜ ਲਵੇ। ਪਰ ਇਹ ਉਦੋਂ ਮੁਮਕਿਨ ਹੈ ਜਦੋਂ ਨਿਸੀਆਂ ਤੋਂ ਲੈ ਕੇ ਆਪਣੇ ਸਰੀਰ ਅਤੇ ਆਪਣੇ ਸਰੀਰ ਤੋਂ ਲੈ ਕੇ ਗਾਈਡੈਂਸ, ਹਦਾਇਤ ਤੱਕ ਪੰਜਾਬ ਦੇ 5 ਅੱਖਾਂ ਅਤੇ 5 ਦਰਿਆਵਾਂ ਦੇ ਫਲਸਫੇ ਨੂੰ ਸਮਝਣ ਲਾਇਕ ਹੋ ਜਾਵਾਂਗੇ। ਫਿਰ ਸਾਨੂੰ ਪਤਾ ਲੱਗੇਗਾ ਕਿ 5 ਮਹਿਲ, 5 ਵਿੱਚ ਚਾਨਣ, 5 ਪੀਰ, 5 ਪਟਵਾਰੀ, 5 ਇਮਾਮ ਤੇ ਪੰਜਾਬ ਕਿਥਲੀ, 5 ਕੱਕੇ, 5 ਬਾਣੀਆਂ, 5 ਨਮਾਜ਼ਾਂ, 5 ਰੁਕਨ ਇਸਲਾਮ ਦੀ ਸਮਝ ਆਵੇਗੀ। ਜਿਵੇਂ ਇਨਸਾਨ ਹਰ ਲਿਹਾਜ਼ ਨਾਲ ਮੁਕੰਮਲ ਹੈ, ਇਵੇਂ ਹੀ ਪੰਜਾਬ ਦੀ ਧਰਤੀ ਹਰ ਲਿਹਾਜ਼ ਨਾਲ ਮੁਕੰਮਲ ਹੈ। ਜਿਵੇਂ ਪੰਜਾਬ ਹਰ ਲਿਹਾਜ਼ ਨਾਲ ਪੂਰਾ ਹੈ, ਇਵੇਂ ਹੀ ਪੰਜਾਬੀ ਹਰ ਲਿਹਾਜ਼ ਨਾਲ ਦੂਜੇ ਸੰਸਾਰ ਨਾਲੋਂ ਵੱਖਰੇ ਨਜ਼ਰ ਆਉਂਦੇ ਹਨ। ਜਿਵੇਂ ਪੰਜਾਬੀਆਂ ਦਾ ਮੁਕਾਮ ਉੱਚਾ ਹੈ, ਇਵੇਂ ਹੀ ਪੰਜਾਬੀ ਬੋਲੀ ਦਾ ਦਰਜਾ ਉੱਚਾ ਹੈ। ਜਿਵੇਂ ਦੂਜੀਆਂ ਮਖਲੂਕਾਂ ਵਿੱਚੋਂ ਇਨਸਾਨ ਅਫਜ਼ਲ ਤੇ ਬਿਹਤਰ ਹੈ, ਇਵੇਂ ਹੀ ਦੂਜੀ ਧਰਤੀ ਨਾਲੋਂ ਪੰਜਾਬ ਦੀ ਧਰਤੀ ਅਫਜ਼ਲ ਤੇ ਬਿਹਤਰ ਹੈ। ਇਸ ਦੇ ਸੀਨੇ ਤੇ ਠਾਠਾਂ ਮਾਰਦੇ 5 ਦਰਿਆ ਇਸ ਦੀ ਅਜ਼ਮਤ ਬੜਾਈ ਨੂੰ ਮੂੰਹ ਬੋਲਦਾ ਸਬੂਤ ਨੇ। ਪਰ ਸਾਡੇ ਨਾਲ ਤਾਂ ਇਵੇਂ ਹੋਈ ਹੈ ਜਿਵੇਂ ਕਿਸੇ ਰੇਲ ਗੱਡੀ ਥੱਲੇ ਆ ਕੇ ਊਠ ਦਾ ਪਿਛਲਾ ਹਿੱਸਾ ਅਤੇ ਬੱਕੀ ਦਾ ਅਗਲਾ ਧੜ ਕੁਚਲਿਆ ਗਿਆ ਹੈ। ਕਿਸੇ ਕੋਲ ਖੜੇ ਹਮਦਰਦ ਨੇ ਛੇਤੀ ਨਾਲ ਊਠ ਦੇ ਬਚੇ ਹੋਏ ਅਗਲੇ ਧੜ ਨੂੰ ਬੱਕਰੀ ਦੇ ਬਚੇ ਹੋਏ ਪਿਛਲੇ ਧੜ ਨਾਲ ਜੋੜ ਕੇ ਇੱਕ ਨਵੇਂ ਜਾਨਵਰ ਦੀ ਤਖਲੀਕ, ਕ੍ਰੀਏਸ਼ਨ ਦੀ ਨੀਂਹ ਰੱਖੀ ਸੀ। ਪੰਜਾਬ ਨੂੰ ਕੱਟ ਕੇ ਇਹਦੇ ਨਾਲ ਜਿਹੜੀ ਪਿਉਂਦਕਾਰੀ ਕੀਤੀ ਗਈ ਹੈ, ਇਹ ਜ਼ਿਆਦਾ ਦੇਰ ਕਾਇਮ ਨਹੀਂ ਰਹੇਗੀ, ਕਿਉਂਕਿ ਫਿਤਰਤ, ਕੁਦਰਤ ਦੇ ਨਿਜ਼ਾਮ ਨੂੰ ਫਿਤਰਤ ਦੇ ਅਸੂਲਾਂ ਦੇ ਤਹਿਤ ਹੀ ਚਲਾਇਆ ਜਾਏ ਤਾਂ ਉਹ ਚੱਲਦਾ ਹੈ, ਵਰਨਾ ਉਹ ਸਿਸਟਮ ਫੇਲ ਹੋ ਜਾਂਦਾ ਹੈ। ਬਲਕਿ ਇੱਥੋਂ ਤੱਕ ਵੀ ਵੇਖਿਆ ਗਿਆ ਹੈ ਕਿ ਫਿਤਰਤ ਦੇ ਨਿਜ਼ਾਮ ਨੂੰ ਬਦਲਣ ਵਾਲੇ ਆਪ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਸ਼ਾਇਦ ਅੱਜ ਦੇ ਇਨਸਾਨ ਦੀ ਸਭ ਤੋਂ ਵੱਡੀ ਸਮੱਸਿਆ ਵੀ ਇਹੀ ਹੈ ਕਿ ਉਹ ਫਿਤਰਤ ਦੇ ਨਿਜ਼ਾਮ ਨਾਲ ਪੰਗਾ ਲੈ ਕੇ ਫਸਿਆ ਬੈਠਾ ਹੈ। ਪੰਜਾਬ ਦੀ ਪੰਜਾਬੀਅਤ ਪੰਜਾਬੀਆਂ ਨੂੰ ਉਦੋਂ ਹੀ ਸਮਝ ਆਵੇਗੀ ਜਦੋਂ ਪੰਜਾਬੀ ਆਪਣੇ ਸਰੀਰ ਦੀ ਬਣਾਵਟ ਅਤੇ ਪੰਜਾਬ ਦੀ ਬਣਾਵਟ ਨੂੰ
ਸਮਝ ਜਾਣਗੇ